ਸਾਰੀਆਂ ਗੱਲਾਂ ਦਾ। ਆਓ ਸਤਿਗੁਰਾਂ ਦੇ ਬੈਰਾਗਮਈ ਗੁਰਬਾਣੀ ਦੇ ਕੀਰਤਨ ਦੇ ਨਾਲ ਆਪਾਂ ਸਾਰੇ ਰਲ ਮਿਲ ਕੇ ਜੁੜੀਏ। ਆਪਣੇ ਸਮੇਂ ਨੂੰ ਅਤੇ ਸਵਾਸਾਂ ਨੂੰ ਗੁਰੂ ਦੇ ਚਰਨਾਂ ਵਿੱਚ ਲਾ ਕੇ ਸਫਲਾ ਕਰੀਏ, ਲੇਖੇ ਵਿੱਚ ਲਾਈਏ। ਸਭ ਸਾਰੇ ਪਿਆਰ ਦੇ ਨਾਲ ਗੁਰੂ ਕੇ ਲੰਗਰ ਦਾ ਪ੍ਰਸ਼ਾਦ ਪਾਣੀ ਛਕ ਕੇ ਨਮਸਕਾਰ ਕਰਕੇ ਮਾਈਆਂ ਬੀਬੀਆਂ ਵਾਲੇ ਪਾਸੇ ਮਾਈਆਂ ਬੀਬੀਆਂ ਭੈਣਾਂ, ਵੀਰਾਂ ਵਾਲੇ ਪਾਸੇ ਵੀਰ ਭਰਾ ਬਜ਼ੁਰਗ ਪਿਆਰ ਦੇ ਨਾਲ ਬੈਠਣ ਦੀ ਕਿਰਪਾਲਤਾ ਕਰੋ। ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। ਫਰੀਦਾ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ, ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ। ਰਾਣਾ ਰਹੋ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ। ਵਾਰੀ ਆਪੋ ਆਪਣੀ ਕੋਈ ਨਾ ਬੰਦੈ ਤੀਰ, ਨਹਿ ਬਾਰਿਕ ਨਹਿ ਜੋਬਣੈ, ਨਹਿ ਬਿਰਦੀ ਕਛ ਬੰਦ। ਓ ਬੇਰਾ ਨਹਿ ਬੂਝੀਐ, ਜੋ ਆਏ ਪਰੈ ਜਮ ਪੰਧ। ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਵਾਰ। ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਇਹਾਂ ਕਾਟ ਚਲੋ ਹਰ ਲਾਇਆ, ਕੈ ਬਸਨ ਸੁਹੇਲਾ ਜੀ। ਇਹਾਂ ਕਾਟ ਚਲੋ ਹਰ ਲਾਇਆ, ਕੈ ਬਸਨ ਸੁਹੇਲਾ ਜੀ। ਕਾਟ ਚਲੋ ਹਰ ਲਾਇਆ, ਕੈ ਬਸਨ ਸੁਹੇਲਾ ਜੀ। ਇਹਾਂ ਕਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ ਜੀ। ਬਸਨ ਸੁਹੇਲਾ ਜੀ, ਆਗੇ ਬਸਨ ਸੁਹੇਲਾ ਜੀ। ਬਸਨ ਸੁਹੇਲਾ ਜੀ, ਆਗੇ ਬਸਨ ਸੁਹੇਲਾ ਜੀ। ਸੁਹੇਲਾ ਜੀ, ਆਗੇ ਬਸਨ ਸੁਹੇਲਾ ਜੀ। ਬਸਨ ਸੁਹੇਲਾ ਜੀ, ਆਗੇ ਬਸਨ ਸੁਹੇਲਾ ਜੀ।
ਸੁਹੇਲਾ ਜੀ, ਬਸਨ ਸੁਹੇਲਾ ਜੀ, ਬਸਨ ਸੁਹੇਲਾ ਜੀ, ਬਸਨ ਸੁਹੇਲਾ ਜੀ। ਬਸਨ ਸੁਹੇਲਾ ਜੀ, ਬਸਨ ਸੁਹੇਲਾ ਜੀ, ਬਸਨ ਸੁਹੇਲਾ ਜੀ, ਬਸਨ ਸੁਹੇਲਾ ਜੀ। ਖਾਟ ਚਲੋ ਹਰ ਲਾਇਆ ਗੈ ਬਸਨ ਸੁਹੇਲਾ ਜੀ, ਹਾਂ ਖਾਟ ਚਲੋ ਹਰ ਲਾਇਆ ਗੈ ਬਸਨ ਸੁਹੇਲਾ ਜੀ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੇ ਵੇਲਾ, ਇਹਾਂ ਖਾਟ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ, ਔਦ ਕਟੈ ਦਿਨ ਸੋਰੈ ਨਾਰੀ, ਮਨ ਗੁਰ ਮਿਲ ਕਾਜ ਸਵਾਰੀ, ਇਹੋ ਸੰਸਾਰ ਵਿਕਾਰ ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪਿਆਵੈ ਹੋ ਰਸ, ਅਕਥ ਕਥਾ ਤਿਨ ਜਾਨੀ, ਜਾ ਕੋ ਆਹੇ ਸੋਈ ਬਿਹਾਜੋ, ਹਰ ਗੁਰ ਤੇ ਮਨਹਿ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਜੇ, ਬੋਹਰ ਨ ਹੋਏ ਗੋ ਫੇਰਾ, ਅੰਤਰ ਜਾਮੀ ਪੁਰਖ ਵਿਦਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੈ, ਮੁਕੋ ਕਰ ਸੰਤਨ ਕੇ ਤੂਰੇ, ਹਾਂ ਖਾਟ ਚਲੋ ਹਰ ਲਾਹਾ, ਲਾਹੇ ਕਾਰਨ ਆਇਆ ਜਗ, ਹੋਏ ਮਜੂਰ ਗਿਆ ਠਗਾਏ ਠੱਗ, ਇਹਾਂ ਖਾਟ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ। ਅੱਗੇ ਬਸਨ ਸੁਹੇਲਾ ਹੋਵੇ ਤੇਰਾ, ਇੱਥੋਂ ਲਾਹ ਖੱਟ ਲੈ ਮਨਾ, ਬਸਨ ਸੁਹੇਲਾ ਹੋਵੇ ਤੇਰਾ, ਤੂੰ ਲਾਹ ਖੱਟ ਲੈ ਮਨਾ। ਬਸਨ ਸੁਹੇਲਾ ਤੇਰਾ, ਸੁਹੇਲਾ ਹੋਵੇ ਤੇਰਾ, ਇੱਥੋਂ ਲਾਹ ਖੱਟ ਲੈ ਮਨਾ, ਅੱਗੇ ਬਸਨ ਸੁਹੇਲਾ ਹੋਵੇ ਤੇਰਾ।
ਤੇਰਾ ਝੋਲਾ ਖੱਟ ਲੈ ਮਣਾ। ਲਾਜੇ ਕੱਟ ਲੈ ਮਣਾ, ਇਤੋਂ ਲਾਜੇ ਕੱਟ ਲੈ ਮਣਾ। ਲਾਜੀ ਕੱਟ ਲੈ ਮਣਾ, ਤੋ ਲਾਜੀ ਕੱਟ ਲੈ ਮਣਾ। ਕੇ ਬਸਨ ਸੁਹੇਲਾ ਹੋ ਤੇਰਾ, ਸੁਹੇਲਾ ਹੋਵੇ ਤੇਰਾ ਝੋਲਾ ਖੱਟ ਲੈ ਮਣਾ। ਕੇ ਬਸਨ ਸੁਹੇਲਾ ਹੋਵੇ ਤੇਰਾ ਝੋਲਾ ਖੱਟ ਲੈ ਮਣਾ। ਕਰੋ ਬੇਨਤੀ ਸੁਣ ਹੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਇਹਾਂ ਖਾਸ ਚਲੋ ਹਰ ਲਾ, ਆਗੇ ਬਖਸ਼ ਸੁਹੇਲਾ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜਿਤਨੀਆਂ ਵੀ ਗੁਰਸਿੱਖ ਸੰਗਤਾਂ ਦੂਰੋਂ ਨੇੜੋਂ ਚੱਲ ਕੇ ਆਪਣੇ ਘਰਾਂ ਵਿਹਾਰਾਂ ਨੂੰ ਪਿੱਛੇ ਛੱਡ ਕੇ ਕਾਫੀ ਸਮੇਂ ਤੋਂ ਹਾਜ਼ਰ ਹਜ਼ੂਰ ਜਹਰ ਹਜ਼ੂਰ ਸਰਵ ਕਲਾ ਭਰਪੂਰ ਬਾਣੀ ਕੇ ਬੋਹਿਤ ਗੁਰੂਆਂ ਦੇ ਗੁਰੂ ਧਾਰਮਿਕ ਗ੍ਰੰਥਾਂ ਦੇ ਗਿਆਤਾ ਰਾਜਾਨ ਰਾਜਪਾਨ ਅਨਪਾਨ ਦੇ ਅਵਾਨ ਦੇ ਉਪਮਾ ਮਹਾਨ ਦੇ ਮਾਲਕ 10 ਪਾਤਸ਼ਾਹੀ ਕੀ ਹਾਜ਼ਰ ਨਾਜ਼ਰ ਪ੍ਰਤੱਖ ਜੋਤ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਚਰਨਾਂ ਕਮਲਾਂ ਵਿੱਚ ਪਹੁੰਚ ਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਾ ਕਰ ਰਹੇ ਹੋ। ਜਿਤਨੀਆਂ ਵੀ ਗੁਰਸਿੱਖ ਸੰਗਤਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਪਹੁੰਚ ਰਹੀਆਂ ਹਨ, ਜਿਤਨੀਆਂ ਵੀ ਗੁਰਸਿੱਖ ਸੰਗਤਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਸ਼ੋਭਿਤ ਹਨ, ਸਾਰੇ ਹੀ ਆਪਣੀ ਰਚਨਾ ਨੂੰ ਪਵਿੱਤਰ ਕਰਨ ਵਾਸਤੇ ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਬਖਸ਼ਿਆ ਹੋਇਆ ਨਾਰਾ ਸਾਰੇ ਬੁਲੰਦ ਕਰੋ, ਗੱਜ ਵੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਉ ਸਾਧ ਸੰਗਤ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹੀ ਦੇ ਗੁਰਬਾਣੀ ਦੇ ਪਾਵਨ ਬਚਨ ਹਨ। ਕਿ ਸੰਸਾਰ ਦੇ ਉੱਤੇ ਜੋ ਜੀਵ ਆਉਂਦਾ ਹੈ ਉਹਦੇ ਹੁਕਮ ਦੇ ਨਾਲ ਆਉਂਦਾ ਹੈ।
ਜਦੋਂ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਆ ਜਾਵੇ ਉਦੋਂ ਸੰਸਾਰ ਨੂੰ, ਪਰਿਵਾਰ ਨੂੰ, ਬਲਕਿ ਸਾਰੇ ਸੰਸਾਰ ਨੂੰ ਹੀ ਇੱਕ ਛਿਨ ਦੇ ਵਿੱਚ, ਛਿਨ ਕਹਿੰਦੇ ਨੇ ਅੱਖ ਦੇ ਚਮਕਣ ਦੇ ਸਮੇਂ ਨੂੰ, ਇੱਕ ਛਿਨ ਇੰਨੇ ਸਮੇਂ ਵਿੱਚ ਕਹਿੰਦੇ ਸਰੀਰ ਨੂੰ ਛੱਡ ਕੇ ਪਰਾਂ ਹੋ ਜਾਂਦਾ ਹੈ। ਸੋ ਇਸ ਕਰਕੇ ਗੁਰੂ ਮਹਾਰਾਜ ਦੇ ਗੁਰਬਾਣੀ ਦੇ ਬਚਨ ਹਨ, ਜਿਹਾ ਚਿਰ ਲਿਖਿਆ ਤਿਹਾ ਹੁਕਮ ਕਮਾਹੇ। ਜਿੰਨਾ ਚਿਰ ਹੁਕਮ ਹੈ ਸੰਸਾਰ ਤੇ ਰਹਿਣ ਦਾ, ਆਉਣ ਦਾ, ਉਹਨਾਂ ਸਮਾਂ ਹੀ ਜੀਵ ਸੰਸਾਰ ਤੇ ਰਹਿ ਸਕਦਾ। ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਬੁਲਾਵਾ ਆ ਜਾਵੇ, ਹੁਕਮ ਆ ਜਾਵੇ, ਫਿਰ ਭਾਵੇਂ ਆਪਾਂ ਦੁਨੀਆ ਦੇ ਵਿੱਚ ਇੱਕ ਦੂਜੀ ਦੇ ਨਾਲ ਬਲ ਛਲ ਕਰ ਸਕਦੇ ਹਾਂ, ਸਮਾਂ ਲਗਾ ਲੈਂਦੇ ਹਾਂ, ਕੋਈ ਨਹੀਂ ਅੱਜ ਨਹੀਂ, ਫੇਰ ਆਵਾਂਗੇ ਕਦੇ, ਜਾਂ ਆਪਾਂ ਇਹ ਵੀ ਕਹਿ ਦਿੰਦੇ ਆਪਣੇ ਕੋਲ ਹੁਣ ਟਾਈਮ ਨਹੀਂ, ਐਤਕੀ ਅਗਲੇ ਸਾਲ ਆਵਾਂਗੇ। ਬੰਦਾ ਇੱਕ ਦੂਜੀ ਨੂੰ ਆਸਾਂ ਦੇ ਨਾਲ ਦੁਨੀਆ ਜਿਉਂਦੀ ਹੈ, ਪਰ ਜਦੋਂ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਆ ਜਾਵੇ, ਉੱਥੇ ਕੋਈ ਵੀ ਜਿਹੜੀ ਸਮੇਂ ਦੀ ਸਾਧ ਸੰਗਤ ਜੀ ਪਹੁੰਚ ਹੈ ਖਤਮ ਹੋ ਜਾਂਦੀ ਹੈ, ਉਹਦੇ ਹੁਕਮ ਦੀ ਅਦੁੱਲੀ ਨਹੀਂ ਕੀਤੀ ਜਾ ਸਕਦੀ। ਏਡਾ ਵੱਡਾ ਦੇਖ ਲਓ ਹੁਕਮ ਹੈ ਅਕਾਲ ਪੁਰਖ ਵਾਹਿਗੁਰੂ ਦਾ ਕਿ ਇੱਕ ਛਿਨ ਦੇ ਵਿੱਚ ਸੰਸਾਰ ਨੂੰ ਛੱਡ ਕੇ ਦੁਨੀਆ ਤੋਂ ਤੁਰਨਾ ਪੈਂਦਾ। ਤਾਂ ਕਰਕੇ ਮਹਾਰਾਜ ਨੇ ਬਚਨ ਕੀਤਾ, ਜਿਹਾ ਚਿਰ ਲਿਖਿਆ ਤਿਹਾ ਹੁਕਮ ਕਮਾਹੇ। ਆਪਾਂ ਸਾਰੇ ਹੀ ਹੁਕਮ ਦੇ ਬੰਨੇ ਹੋਏ ਇੱਥੇ ਬੈਠੇ ਹੋਏ ਹਾਂ। ਸਾਰੇ ਆਪਾਂ ਜਿੰਨੇ ਵੀ ਇੱਥੇ ਬੈਠੇ ਹਾਂ, ਨਗਰ ਵਿੱਚ ਬੈਠੇ ਹਾਂ, ਜਿੱਥੇ ਕੋਈ ਦੇਸ਼ਾਂ ਵਿੱਚ, ਕੋਈ ਵਿਦੇਸ਼ਾਂ ਦੇ ਵਿੱਚ ਬੈਠਾ ਹੋਇਆ, ਸਾਰੇ ਹੁਕਮ ਦੇ ਨਾਲ ਬੈਠੇ ਹੋਏ। ਇੱਕ ਛਿਨ ਦੇ ਵਿੱਚ ਤੁਸੀਂ ਕਿੰਨਾ ਕੁਝ ਦੇਖ ਲਿਆ, ਪਿਛਲੇ ਲੰਘ ਗਏ ਦਿਨਾਂ ਦੇ ਵਿੱਚ ਕਿੰਨਾ ਕੁਝ ਵਾਪਰ ਗਿਆ, ਇੱਕ ਛਿਨ ਹੀ ਲੱਗਦਾ ਸਾਰਾ। ਸੋ ਕਹਿਣ ਦਾ ਭਾਵ ਹੈ ਕਿ ਗੁਰੂ ਸਾਹਿਬ ਦੇ ਬਚਨ ਬਹੁਤ ਵੱਡਮੁੱਲੇ ਹਨ ਬਾਣੀ ਦੇ। ਜੇਕਰ ਅਸੀਂ ਸਮਝਣਾ ਚਾਹੀਏ, ਉਹਨਾਂ ਤੋਂ ਵਿਚਾਰ ਲਈਏ, ਸਮਝ ਲਈਏ, ਉਹਨਾਂ ਨੂੰ ਕਮਾਣਾ ਕਰੀਏ। ਤੋ ਇਸ ਕਰਕੇ ਜਿਵੇਂ ਸਾਰੀ ਦੁਨੀਆ ਹੁਕਮ ਦੀ ਬੰਨੀ ਹੋਈ ਹੈ, ਜਿਹਾ ਚਿਰ ਲਿਖਿਆ ਤਿਹਾ ਹੁਕਮ ਕਮਾਹੇ। ਕੱਲੇ ਆਵੇ ਨਾਨਕਾ, ਤੋ ਸੰਸਾਰ ਦੇ ਭੇਜਿਆ ਅਕਾਲ ਪੁਰਖ ਵਾਹਿਗੁਰੂ ਨੇ। ਆਪਾਂ ਆਏ ਹੋਏ ਹਾਂ। ਹੁਣ ਆਪਣੇ ਬੱਚੇ ਜਿਵੇਂ ਮੰਨ ਲਓ ਸਾਰਿਆਂ ਦੇ, ਬਹੁਤ ਸਾਰਿਆਂ ਦੇ ਬੱਚੇ, ਧੀਆਂ ਪੁੱਤਰ ਵਿਦੇਸ਼ਾਂ ਵਿੱਚ ਨੇ। ਆਪਾਂ ਕਿੰਨੀਆਂ ਮਸ਼ੱਕਤਾਂ ਮਿਹਨਤਾਂ ਕਰਕੇ ਵਿਦੇਸ਼ਾਂ ਵਿੱਚ ਭੇਜਿਆ ਹੋਇਆ। ਉਹ ਗਏ ਆਪਣੀ ਮਰਜ਼ੀ ਨਾਲ ਹੀ ਨਹੀਂ ਨਾ, ਮਾਤਾ ਪਿਤਾ ਦੀ ਮਰਜ਼ੀ ਦੇ ਨਾਲ। ਕਿ ਜਦੋਂ ਮਾਤਾ ਪਿਤਾ ਵਾਪਸ ਬੁਲਾ ਲੈਣ ਬੱਚਿਆਂ ਨੂੰ, ਵਾਪਸ ਆ ਜਾਓ, ਤਾਂ ਬੱਚਿਆਂ ਦਾ ਰਹਿਣਾ ਸਾਧ ਸੰਗਤ ਜੀ ਵਿਦੇਸ਼ ਵਿੱਚ ਕਿਸ ਕੰਮ ਹੈ, ਜਦੋਂ ਮਾਂ-ਬਾਪ ਨੇ ਵਾਪਸ ਬੁਲਾ ਲਿਆ। ਉਹਨਾਂ ਵਾਸਤੇ ਮਾਂ-ਬਾਪ ਦਾ ਹੁਕਮ ਵੱਡਾ ਏ। ਤੋ ਇਸ ਕਰਕੇ ਇਸੇ ਤਰ੍ਹਾਂ ਇਹ ਸੰਸਾਰ ਵੀ ਵਿਦੇਸ਼ ਹੈ, ਸਾਰੀ ਰੂਹਾਂ ਦਾ, ਸਾਰੇ ਸਰੀਰਾਂ ਦਾ। ਤੋ ਜਿਹੜਾ ਅਸਲੀ ਦੇਸ਼ ਹੈ ਉਹ ਪਰਲੋਕ ਹੈ। ਹੁਕਮ ਦੇ ਬੰਨੇ ਆਏ ਹੋਏ ਹਾਂ। ਤੋ ਇਸ ਕਰਕੇ ਬਾਣੀ ਦਾ ਬਚਨ ਆਪਾਂ ਬਹੁਤ ਪੜ੍ਹਦੇ ਸੁਣਦੇ ਹਾਂ, ਪਰ ਕੁਝ ਮਿੰਟਾਂ ਤੱਕ ਹੀ ਸੁਣਦੇ ਹਾਂ। ਉਸ ਨੂੰ ਆਪਣੇ ਜੀਵਨ ਦੇ ਵਿੱਚ ਢਾਲਦੇ ਬਹੁਤ ਘੱਟ ਹੈ, ਕਮਾਉਂਦੇ ਬਹੁਤ ਘੱਟ ਹੈ, ਅਸਰ ਬਹੁਤ ਘੱਟ ਕਰਦੇ ਹਾਂ। ਗੁਰੂ ਸਾਹਿਬ ਦੇ ਕਿੰਨੇ ਮੋਲਕ ਬਚਨ ਨੇ। ਮਹਾਰਾਜ ਕਹਿੰਦੇ ਆ, ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਹੇ। ਕਹਿੰਦੇ ਜਿੰਨਾ ਚਿਰ ਹੁਕਮ ਹੈ ਸੰਸਾਰ ਉੱਤੇ, ਫਿਰ ਕੱਲੇ ਆਵੇ ਨਾਨਕਾ, ਜੋ ਉਹਨੇ ਕੱਲਿਆ ਹੋਇਆ ਦੁਨੀਆ ਦੇ ਉੱਤੇ ਆਏ ਹੋਇਆ ਸੱਦੇ। ਜਦੋਂ ਸੱਦ ਲੇਗਾ ਪਰਮੇਸ਼ਰ ਛੱਡ ਕੇ ਜਾਣਾ, ਸੱਦੇ ਉੱਠੀ ਜਾ। ਫਿਰ ਉਹਦੇ ਅੱਗੇ ਕੋਈ ਵੀ ਬਹਾਨਾ, ਕੋਈ ਸਿਆਣਪ ਨਹੀਂ ਚੱਲਦੀ। ਦੁਨੀਆ ਦੇ ਵਿੱਚ ਬੰਦਾ ਕਿੰਨੀਆਂ ਗੱਲਾਂ ਕਰਕੇ ਆਪਣਾ ਬਚਾਅ ਕਰ ਜਾਂਦਾ ਹੈ ਕਿ ਮੈਂ ਨਹੀਂ ਆ ਸਕਦਾ, ਜਾਂ ਪਹੁੰਚਦਾ ਹੀ ਨਹੀਂ, ਜਾਂ ਝੂਠ ਬੋਲ ਦਿੰਦਾ, ਬਲ ਛਲ ਕਰ ਜਾਂਦਾ ਨਾ ਦੁਨੀਆ ਵਿੱਚ। ਪਰ ਪਰਮਾਤਮਾ ਦਾ, ਪਰਮੇਸ਼ਰ ਦਾ ਸੱਦਾ ਐਸਾ ਹੈ ਜਿਹਨੂੰ ਕੋਈ ਮੇਟ ਨਹੀਂ ਸਕਦਾ, ਕੋਈ ਮੋੜ ਨਹੀਂ ਸਕਦਾ। ਤੋ ਇਸੇ ਤਰ੍ਹਾਂ ਹੀ ਇਹ ਅਕਾਲ ਪੁਰਖਾਂ ਦੇ ਬਚਨਾਂ ਦੇ ਹੁਕਮ ਦੇ ਨਾਲ ਸਰਦਾਰ ਬਲਜੀਤ ਸਿੰਘ ਸੋਹੀ ਕਿਤੇ ਨੇ ਅਕਾਲ ਪੁਰਖ ਵਾਹਿਗੁਰੂ ਨੇ ਸਵਾਸ ਦਿੱਤੇ ਸੀ ਨਾ, ਉਹਨਾਂ ਨੂੰ ਪੂਰਾ ਕਰਦਿਆਂ ਹੋਇਆਂ ਆਪ ਸਾਰੇ ਨਗਰ ਵਾਲੇ ਵੀ,
बाकी सारिया संगतां भी जिन्हां नूं मिले ने बहुत निमरता वाले प्यार वाले सन। डेली गुरुद्वारा साहब आउंदे सवेरे, बाहर अंदर चले जाते थोड़ा सवेरे सवेरे, भाव के इत्थे किते मिलना बड़े प्यार दे नाल, हस के मिलना, निमरता दे नाल मिलना, प्यार दे नाल मिलना। वल छल कपट वाला नहीं सीगा मन, प्रेम भावना वाले सीगे। तो वड्डी गल है परमेश्वर का हुक्म जिहड़ा समा जिहड़ा अकाल पुरख ने दिता होया ना उहनूं पूरा करदिआं ये फानी संसार नूं कुछ दिन पहलां, थोड़े दिन पहलां ही ये संसार तो कूच करके शरीर करके चले गए। तो परिवार ने जो सतगुरां दा हुक्म है अंते सतगुरु बोलिया, मैं पिछे कीर्तन करे हो निर्वाण जियो, केसो गोपाल पंडित सदे हो, हर हर कथा पढ़ै पुराण जियो। अकाल पुरख वाहिगुरू का हुक्म है जो जीव कोई भी चढ़ाई कर जाता माई भाई तां गुरबाणी दे पाठ, गुरु चरना विच अरदास, गुरु के लंगर ला के सेवा भावना प्रेम दे नाल सेवा करनी। ये गुरु साहिब दे हुक्म ने सानू। अंते सतगुरु बोलिया मैं पिछे की प्रक्रिया होनी चाहिए। महाराज जी कहते जो जीव चढ़ाई कर जाता है, जोड़ा गुरमुख प्यारा है, जिन्होंने गुरु की मत दी भी है, वो फिर की करते हैं गुरबाणी के पाठ। सानू हुक्म है गुरबाणी के कीर्तन, गुरु के लंगर चलाने हैं, सेवा करनी है, जीव के भले वास्ते अरदास करनी है गुरु के चरणों में। अंते सतगुरु बोलिया मैं पीछे कीर्तन करे हो निर्वाण जियो, केसो गोपाल पंडित सदे हो, हर हर कथा पढ़ै पुराण जी। तो इस करके परिवार ने गुरु साहिब के हुक्म नूं सिर मत्थे मनदिया होया गुरबाणी के श्री सहज पाठ, गुरबाणी के कीर्तन, गुरु के लंगरां की सेवा की है। सुआओ साध संगत जी, ये संसार के उत्ते आण दा की कारण है? जीव का संसार के उत्ते आण दे पिछे की कारण है? क्योंकि कारण तो बिना कोई भी दुनिया का कारज जिहड़ा हुंदा नहीं। आपां कोई भी दुनियावी काम करते हैं उहदे पिछे कारण हुंदा है। बच्चे पढ़ाई करते हैं, मेहनत करते हैं, मशक्कत करते हैं, काहदे वास्ते मेहनत करांगे, पढ़ाई करांगे, किते चंगी नौकरी मिल जाएगी, चंगे काम लग जावांगे जे पढ़ लिख जावांगे। कारण की है? पिछे पढ़ाई दे जोप दा काम दा कारण है। इसे तरह आपां कोई भी काम करते हैं दुनिया का, उहदे पिछे कारण है की, क्यों, किवें। इसे तरह ही संसार के उत्ते अकाल पुरख वाहिगुरू ने भेजिया, पिछे कारण है कोई। ये अपने आप नहीं पता लगना भी की कारण है दुनिया उत्ते आण दा। गुरु साहिब जी बाणी विच जिक्र करते जे पुछिए गुरु ग्रंथ साहिब महाराज के चरणों में बेनती करिए, महाराज जी इस संसार के उत्ते आण दा जीव का की कारण है, की मनोरथ है, की मैथड है संसार के उत्ते आण दा। तां गुरबाणी विच गुरु साहिब जी बड़े प्यार दे नाल समझाउंदे हैं। जा जुग मह एक है को आया, कहंदे संसार के उत्ते जीव इक्को ही काम करन वास्ते आया होया। एक काम है सारियां दा करन वाला इत्थे। जा जुग मैं एक है को आया, जनमत मोहियो मोहनी माया। कहंदे संसार दे उत्ते आया ये भाई प्राप्त मानुख दे हुरिया, गोबिंद मिलन की एह तेरी बरिया। कहंदे संसार दे उत्ते आण दा कारण है किरत विरत कार धर्म दी, हथों दे कै भला मनाई। ए शरीरा मेरिया हर तुम्हें जोत रखी, ता तू जग में आया। ये संसार दे उत्ते शरीर की बनतर बनी है, जोत रखी है अकाल पुरख ने। ये संसार ते भेजिया, ਉਹਦੇ ਪਿੱਛੇ ਕਾਰਨ ਹੈ। ਸਾਧ ਸੰਗਤ ਜੀ ਕੀ ਕਾਰਨ ਹੈ? ਅਸੀਂ ਕਾਰਨ ਕੁਝ ਹੋਰ ਮੰਨ ਲਿਆ, ਅਸੀਂ ਕਾਰਨ ਕੁਝ ਹੋਰ ਮੰਨ ਲਿਆ ਸੰਸਾਰ ਤੇ ਆਉਣ ਦਾ। ਅੱਜ ਜਿਹੜਾ ਕਾਰਨ ਅਸੀਂ ਮੰਨੀ ਬੈਠੇ ਹਾਂ
कि बचपना जिहड़ा हर एक दा अपने सारिਆਂ ਦਾ ਖੇਡਾਂ ਦੇ ਵਿੱਚ बचपन बीत ਜਾਂਦਾ है। ਭਾਰ ਜਵਾਨੀ ਵਿੱਚ ਭਰਤਰੀ जी ਦਾ ਹੁਕਮ है, बचन ने भरतरी जी ਦੇ कि तरल अवस्था जिहड़ी हुंदी ਉਹਦੇ ਸਰੀਰ ਦੇ ਵਿੱਚ बल हुंदा है, ताकत हुंदी है, समर्था हुंदी काम करन दी। बचपन जिहड़ा ਉਹ ਖੇਡਾਂ ਵਿੱਚ ਵਿਚਰ ਜਾਂਦਾ है। जवानी जिहड़ी आ ਉਹ ਕੰਮਾਂ ਦੇ ਵਿੱਚ ਇੰਨੀ ਕੁ ਪ੍ਰਵਿਰਤ ਹੋ ਜਾਂਦੀ ਹੈ कि हर एक जीव की अज भज दौड़ लगी पई है। असी भी विच ही हाँ साध संगत, ये भज दौड़ लगी आ मेरा सोहना घर होवे, है कि नहीं? मेरा घर सब तो सोहना होना चाहिए, मेरे कोले 4 पैसे भी होने चाहिए। माड़ी गल नहीं है कोई भी, घर होना 4 पैसे होने। तीजी गल, मेरी दुनिया दे विच पहुँच होवे, जित्थों दी मैं लंघा सारे कहण वाह भी वाह, ये बंदा बहुत अकलमंद है, समझदार है, सियाणा है, चंगी गल है गुण होने। चौथी गल है परिवार दे विच गृहस्थी जीवन अपना लेना, गृहस्थ विच प्रवेश हो जाना, बाल बच्चे हो जाने। ये कारण मन्नी बैठे आपां सारे, घर बन जाना, 4 पैसे हो जाने, लोकां विच वाह वाह हो जानी। ते चौथी गल है जिहड़ी बस इन्नी कह के बच्चे सैट हो जाने, बस ये इन्नी क दुनिया मन्नी बैठे आपां। जे झूठ है मैनूं दस दिओ। ये 4-5 गल्लां दे विच ही बंदा बहुत अज अपने आप नूं खुश नसीब समझी बैठा, कहंदा बस दुनिया देख ली। नहीं सास, ये दुनिया अलग है। ये जिम्मेवारियां अपनियां बहुत जरूरी ने, घर बनाना ये अपनी जिम्मेवारी है। 4 पैसे मेहनत करके कमानी, सारी दुनिया मेहनत करती है, चंगी गल है। परिवार नूं सही जगह की दशा वल लैके जाना, ये एक चंगे माँ बाप दे फर्ज ने, चंगी गल है। ते उस तो अगे अपने बच्चों की अगे लाइफ उन्हां नूं कोशिश करनी भी सही तरीके दे नाल वो अगे अपनी लाइफ दे विच सही रह सकन, सुखी रह सकन। ये माता पिता का फर्ज है। इनू असी साध संगत जी मुख्य कारण मन्नी बैठे हाँ, जद कि कारण कोई होर है। हुण कारण की है? अच्छा सुन लो बाणी का बचन, जे समझोगे ना गल नूं पकड़ विच लैके आओगे। आ 4-5 कारण मैं भी ते तुसी भी मन्नी बैठे हाँ। ब्याह हो जाना, घर बन जाना, बच्चे सैट हो जाने, दुनिया विच थोड़ी वाह वाह हो जानी, इत्थे क जी बस है। अगला जिहड़ा कारण है वो कुछ होर है। गुरु ग्रंथ साहब नूं जे असीं मनदे आ, बाणी नूं मनदे आ, गुरु साहिबानां दे जीवन नूं जे मनदे आ, तां फिर सानूं उहनूं गल नूं ऐ जोखना पैना, जिंदगी विच तोलना पैना उहनां दे बचनां नूं भी ओह उहनां दा जीवन, उहनां दी बाणी ते साडे उत्ते किन्नी कुछ लागू होई है। असीं उहनां दी बाणी, उहनां दे जीवन दे विचों की सिੱਖਿਆ, की कमाया, असीं की ढालिया जिंदगी दे उत्ते। साध संगत जी जे तां देखो बाणी दे मुताबक असीं जां इतिहास दे मुताबक जीवन नूं कर रहे हां बसर, तां फिर अगला बचन जिहड़ा वो आ जाएगा, गुरसिख मीत चलो गुर चाली। फिर बचन आ जाएगा गुरसिख मीत चलो हर चाली, जो गुर कहे सोई भल मानो, हर हर कथा नराली। फिर जीवन चलेगा इउं गुरमुख। गुरमुख के अर्थ ने गुरु की मत, गुरु की बाणी, गुरु का उपदेश, गुरु का जीवन, उन्होंने अपनी जिंदगी दे विच मिला के चलना। हुण तुहाडा की ख्याल है गुरु नानक साहब के जीवन? अज दुनिया की इत्थे कजे सूई अटक गई। खिमा कर दिओ कई गल्लां जिहड़ियां ने गुरु नानक पातशाह दे प्रकाश पुरब मना देने, लंगर ला देने, इत्थे कजे सूई अटक गई? नहीं। गुरु नानक साहब का पूरा जीवन परोपकार, अपनी जिंदगी लाइफ नूं छड्ड के दूजिਆਂ वास्ते जिया गुरु नानक साहब जी। फिर समझो अपनी जिंदगी तो, अपने बच्चों तो, अपने परिवार तो, अपने घर तो, अपने नगर तो ज़्यादा समा गुरु नानक साहब का बाहरली दुनिया में विचरे हुए हैं। बाहरली दुनिया को ज़्यादा टाइम दिता है महाराज जी ने। परोपकार है।
ਪਰਉਪਕਾਰ ਨਿਤ ਚਿਤਵਤੇ ਨਾਹੀ ਕਛ ਪਹੁੰਚ। ਉਹਨਾਂ ਦੇ ਜੀਵਨ ਦਾ ਹਰ ਮਿੰਟ, ਹਰ ਸਕਿੰਟ, ਹਰ ਪਲ, ਹਰ ਘੜੀ ਕਿੱਥੇ ਲੱਗੀ ਹੈ ਜੀ? ਸਿਰਫ ਤੇ ਸਿਰਫ ਦੂਜਿਆਂ ਦੇ ਪਰਉਪਕਾਰ ਵਾਸਤੇ, ਦੂਸਰਿਆਂ ਦੇ ਭਲੇ ਵਾਸਤੇ। ਤੋ ਇਹ ਦੇਖਣਾ ਪਏਗਾ ਆਪਾਂ ਨੂੰ ਜੀਵਨ ਨੂੰ ਸਫਲਾ ਕਿਵੇਂ ਕਰਨਾ ਹੈ। ਗੁਰਸਿੱਖ ਨੇ, ਗੁਰਮੁਖ, ਗੁਰਸਿੱਖ ਇਹ ਸ਼ਬਦ ਨੇ ਭਾਈ, ਬੜੇ ਵਧੀਆ ਸ਼ਬਦ ਹੈ, ਬਹੁਤ ਸਤਿਕਾਰ ਸ਼ਬਦ ਨਹੀਂ ਐਸੇ। ਹੁਣ ਇਹ ਗੱਲਾਂ ਸਾਧ ਸੰਗਤ ਜੀ ਬਹੁਤ ਵਿਚਾਰਨ ਵਾਲੀਆਂ ਨੇ ਕਿ ਇਹ ਜੀਵਨ ਨੂੰ ਛੱਡ ਕੇ ਬੰਦੇ ਨੇ ਅਗਲੇ ਘਰ ਜਾਣਾ ਹੈ। ਸਮਝਿਓ, ਆਹ ਸਰੀਰ ਨੂੰ ਛੱਡ ਕੇ ਬੰਦੇ ਨੇ ਅਗਲੇ ਘਰ ਜਾਣਾ ਹੈ। ਧੀਆਂ ਭੈਣਾਂ ਜਿਹੜੀਆਂ ਆਪਣੀਆਂ ਵਿੱਚ ਮਾਈਆਂ ਬੀਬੀਆਂ ਬੈਠੀਆਂ ਹੋਈਆਂ ਨੇ, ਬਜ਼ੁਰਗ ਸਿਆਣੀਆਂ, ਜਦੋਂ ਅਗਲੇ ਘਰੇ ਵਿਆਹੀ ਵਰੀਆਂ ਜਾਂਦੀਆਂ ਨੇ ਨਾ, ਤੇ ਜਿਹੜੀਆਂ ਸਹੀ ਮਾਇਨਿਆਂ ਦੇ ਵਿੱਚ ਮਾਂ-ਬਾਪ ਹੁੰਦੇ ਨੇ, ਉਹ ਸ਼ੁਭ ਗੁਣ ਆਪਣੀਆਂ ਧੀਆਂ ਭੈਣਾਂ ਦੇ ਵਿੱਚ ਭਰ ਦਿੰਦੇ ਨੇ। ਸ਼ੁਭ ਗੁਣ, ਸੰਸਕਾਰ ਜਿਹਨੂੰ ਕਹਿੰਦੇ ਆਪਾਂ, ਸੰਸਕਾਰ, ਕਿ ਵੱਡੇ ਦਾ ਸਤਿਕਾਰ ਕਰਨਾ, ਵੱਡੇ ਮਾਂ-ਬਾਪ ਦੇ ਅੱਗੇ ਬੋਲਣਾ ਨਹੀਂ, ਸੇਵਾ ਕਰਨੀ, ਭਾਵਨਾ ਰੱਖਣੀ, ਇਹ ਮਾਂ-ਬਾਪ ਤੋਂ ਗੁਣ ਭਰ ਦਿੰਦੇ ਆ। ਮੇਰੀ ਗੱਲ ਨੂੰ ਪਕੜ ਵਿੱਚ ਲੈ ਕੇ ਆਇਓ ਵੀ ਅਗਲੇ ਘਰ ਵਿੱਚ ਜਾ ਕੇ ਆਹ ਜਿਹੜੇ ਅਸੀਂ ਦਾਜ ਦਿੰਦੇ ਆ ਨਾ, ਬੈੱਡ ਦਿੰਦੇ ਆ, ਭਾਂਡੇ ਦਿੰਦੇ ਆ, ਅੱਜ ਦੇ ਹਿਸਾਬ ਨਾਲ ਤਾਂ ਬਹੁਤ ਕੁਝ ਦਿੰਦੇ ਆਪਾਂ। ਜਿਹੜੀ ਮੈਂ ਗੱਲ ਕਵਾਂਗਾ ਨਾ, ਉਹ ਗੁਰਬਾਣੀ ਦੇ ਆਧਾਰ ਤੇ ਕਵਾਂ, ਗੁਰਬਾਣੀ ਤੋਂ ਬਾਹਰ ਨਹੀਂ ਕਵਾਂਗਾ। ਤੁਸੀਂ ਗੁਰੂ ਸਾਹਿਬਾਨਾਂ ਨੇ ਆਪਣੀਆਂ ਬੇਟੀਆਂ ਦੇ ਵਿਆਹ ਕੀਤੇ ਨੇ, ਮਿਲਾਓ ਇੱਕ ਅੱਧੀ ਗੱਲ ਜੇ ਮਿਲਦੀ ਕਿਸੇ ਦੀ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀ ਇੱਕ ਸੁਪੁੱਤਰੀ ਆ ਬੀਬੀ ਵੀਰੋ, ਉਹਦਾ ਵਿਆਹ ਕਰਦੇ ਆ ਗੁਰੂ ਸਾਹਿਬ ਜੀ ਕਿਹਦੇ ਨਾਲ? 10 ਮੰਜ਼ਲੀ ਮਹਿਲ ਮਨਾਰਿਆਂ ਵਾਲੇ ਦੇ ਨਾਲ ਨਹੀਂ। ਉਹ ਇਲਾਕੇ ਦੇ ਵਿੱਚ ਲੰਬੜਦਾਰ, ਸਰਪੰਚ, MLA, ਸਰਪੰਚ ਲੱਗਿਆ ਹੋਇਆ ਨਹੀਂ। ਉਹਦੇ ਕੋਲ ਕਿੰਨੀ ਕੁ ਪ੍ਰਾਪਰਟੀ ਹੈ ਨਹੀਂ, ਇਹ ਨਹੀਂ ਦੇਖਦੇ ਗੁਰੂ ਸਾਹਿਬ। ਗੁਰੂ ਸਾਹਿਬ ਦੇ ਮਹਿਲ ਕਹਿੰਦੇ ਆ ਮਾਤਾ ਨਾਨਕੀ ਜੀ, ਕਹਿੰਦੇ ਆ ਧੀ ਵਰ ਜੋ ਗਿਆ, ਤੁਸੀਂ ਫਿਰ ਕਿਰਪਾ ਕਰਕੇ ਇਹਦਾ ਵਰ ਦੇਖ ਲਓ, ਲੱਭ ਲਓ ਕੋਈ। ਸੰਗਤ ਦੇ ਵਿੱਚ ਪੱਖਾ ਚੱਲ ਰਿਹਾ ਸੀਗਾ ਗੁਰਮੁਖ ਪਿਆਰਾ, ਸੰਗਤ ਦੇ ਵਿੱਚ ਹੁਣ ਪੱਖੇ ਉਹ ਜਾਂਦੇ ਰਹੇ, ਸੇਵਾ ਬਹੁਤ ਗਾਹਾਂ ਚਲੀ ਗਈ। ਉਹ ਪੱਖੇ ਪਹਿਲਾਂ ਇੱਕ ਹੱਥ ਨਾਲ ਫੜ ਕੇ ਇਸ ਤਰ੍ਹਾਂ, ਉਹ ਬੜਾ ਵਧੀਆ ਬਣੇ ਹੁੰਦੇ ਸੀਗੇ ਪਹਿਲਾਂ। ਉਹ ਸੰਗਤ ਜਿਵੇਂ ਬੈਠੀ ਇਸ ਤਰ੍ਹਾਂ ਝੱਲਦੇ ਹੁੰਦੇ। ਹੁਣ ਜਿਵੇਂ ਜਿਵੇਂ ਸਮਾਂ ਬਦਲਦਾ ਹੈ, ਪੱਖੇ, ਕੂਲਰ, ਹੁਣ ਆ ਤੁਸੀਂ ਬਾਹਰ ਦੇਖਿਆ ਕਿੰਨੀ ਇਹਨਾਂ ਨੇ ਮਿਹਨਤ ਕਰਕੇ ਸੰਗਤ ਦੀ ਸਹੂਲਤ ਵਾਸਤੇ ਪੱਖੇ ਲਾਏ ਹੋਏ ਆ। ਜੇ ਜ਼ਿਆਦਾ ਗਰਮੀ ਆ, ਪਾਣੀ ਦੀ ਬੁਛਾੜ ਕਰਦੇ ਆ ਨਾਲ। ਸਮਾਂ ਜਿਵੇਂ ਜਿਵੇਂ ਬਦਲਦਾ, ਉਹ ਪੱਖਾ ਚੱਲ ਰਿਹਾ ਗੁਰਮੁਖ ਪਿਆਰਾ ਸੰਗਤ ਦੇ ਵਿੱਚ, ਪਸੀਨੋ ਪਸੀਨੀ ਹੋਇਆ ਪਿਆ। 6ਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮਾਤਾ ਨਾਨਕੀ ਨੂੰ, ਕਹਿੰਦੇ ਵਰ ਦੇਖ ਲਿਆ। ਕਹਿੰਦੇ ਕੌਣ? ਆਹ ਜਿਹੜਾ ਕਹਿੰਦੇ ਸਿੱਖ ਜਿਹੜਾ ਨਾ, ਨਿਮਰਤਾ ਦੇ ਵਿੱਚ ਆ ਕੇ, ਪਿਆਰ ਦੇ ਵਿੱਚ ਆ ਕੇ, ਭਾਵਨਾ ਦੇ ਵਿੱਚ ਆ ਕੇ ਪੱਖਾ ਚੱਲ ਰਿਹਾ ਸੰਗਤ ਨੂੰ। ਕਹਿੰਦੇ ਸਾਡੀ ਨਿਗਾਹ ਦੇ ਵਿੱਚ ਇਦੋਂ ਵੱਧ ਕੇ ਅਮੀਰ ਕੋਈ ਨਹੀਂ ਹੈ ਦੁਨੀਆ ਵਿੱਚ। ਅਸੀਂ ਜੋ ਦੇਖਦੇ ਹਾਂ ਉਹ ਬਾਹਰੋਂ ਦੇਖਦੇ ਹਾਂ, ਧਨ ਪ੍ਰਾਪਤੀ ਕਿੰਨੀ ਹੈ, ਇਹਦੀ ਪਹੁੰਚ ਕਿੰਨੀ ਕੁ ਹੈ, ਇਹ ਨਹੀਂ ਦੇਖਦੇ। ਉਹਨੇ ਗੁਟਕਾ ਸਾਹਿਬ ਨਿਤਨੇਮ ਕਦੇ ਕੀਤਾ ਜ਼ਿੰਦਗੀ 'ਚ? ਉਹ ਕਦੇ ਗੁਰਦੁਆਰਾ ਸਾਹਿਬ ਮੱਥਾ ਵੀ ਟੇਕਿਆ ਜਾ ਕੇ? ਕਦੇ ਉਹਨੇ ਉਹਦੀ ਕੀ ਦੇਣ ਹੈ? ਇਹ ਗੁਣ ਕਦੇ ਨਹੀਂ ਪੁੱਛਣੇ, ਦੇਖਣੇ ਨਹੀਂ ਹੈ। ਕਹਿਣ ਦਾ ਭਾਵ ਇਹ ਸਾਧ ਸੰਗਤ ਜੀ, ਜੋ ਗੁਰੂ ਸਾਹਿਬਾਨਾਂ ਦੇ ਜੀਵਨ ਨੇ ਨਾ, ਜੋ ਬਚਨ ਨੇ, ਇੱਕ ਵੀ ਜੇ ਮਹਾਰਾਜ ਜੀ ਕਹਿੰਦੇ ਜ਼ਿੰਦਗੀ ਵਿੱਚ ਕਮਾ ਲਈ ਹੈ ਨਾ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਇੱਕ ਅੱਖਰ ਸਿਰਫ, ਕਿਨਕਾ ਏਕ, ਕਿਨਕਾ, ਕਿਨਕਾ ਸਮਝਦੇ ਹੋ ਕਿੰਨਾ ਕੁ ਹੁੰਦਾ? ਕਿਨਕਾ ਰਾਈ ਦਾ ਦਾਣਾ ਹੁੰਦਾ ਨਾ, ਜਿਵੇਂ ਰਾਈ ਦਾ ਦਾਣਾ, ਇੰਨਾ ਕਿਨਕਾ ਹੁੰਦਾ। ਕਿਨਕਾ ਏਕ, ਕਹਿੰਦੇ ਥੋੜੇ ਸ਼ਬਦ ਵੀ ਜੇਕਰ ਗੁਰੂ ਦੇ ਬਾਣੀ ਦੇ, ਗੁਰੂ ਇਤਿਹਾਸ ਦੇ, ਗੁਰੂ ਸਾਹਿਬਾਨਾਂ ਦੇ ਜੀਵਨ ਵਿੱਚ ਕਿਤੇ ਕੋਈ ਕਮਾ ਲਵੇ ਨਾ, ਤਾਂ ਕਹਿੰਦੇ ਉਹਦਾ ਜੀਵਨ ਜਿਹੜਾ ਉਹ ਨਿਹਾਲ ਹੋ ਜਾਂਦਾ ਹੈ, ਸਫਲ ਹੋ ਜਾਂਦਾ ਹੈ, ਪ੍ਰਵਾਨ ਹੋ ਜਾਂਦਾ, ਕਹਿੰਦੇ ਉਹਦਾ ਜੀਵਨ। ਉਦੋਂ ਮੈਂ ਬੇਨਤੀ ਕਰ ਰਿਹਾ ਸੀਗਾ ਕਿ ਜਿਹੜੀਆਂ ਪਹਿਲਾਂ ਸਾਡੀਆਂ ਮਾਈਆਂ ਬੀਬੀਆਂ ਬਜ਼ੁਰਗ ਬੈਠੀਆਂ ਨੇ, ਉਹ ਕੋਸ਼ਿਸ਼ ਕਰਦੀਆਂ ਸੀਗੀਆਂ ਮੈਂ ਧੀਆਂ ਵਿੱਚ ਉਹ ਸੰਸਕਾਰ ਭਰ ਦਈਏ ਕਿ ਅੱਗੇ ਜਾ ਕੇ ਕੋਈ ਲਾਂਭਾ ਨਾ ਆਵੇ, ਕੋਈ ਵਿਖੇਪਤਾਈ ਨਾ ਆਵੇ।
ਇਹ ਸੰਸਕਾਰ ਭਰੇ ਜਾਂਦੇ ਸੀਗੇ ਧੀਆਂ ਭੈਣਾਂ ਵਿੱਚ। ਹੁਣ ਵਾਲੀ ਗੱਲ ਮੈਂ ਕਹਿਣੀ ਨਹੀਂ, ਹੁਣ ਸਮਾਂ ਕੁਝ ਹੋਰ ਹੈ। ਹੁਣ ਸੰਸਕਾਰ ਉਹ ਸੰਸਕਾਰ ਨਹੀਂ ਮਿਲਦੇ, ਜੇ ਮਿਲਦੇ ਨੇ ਤੇ ਉਹਨੂੰ ਗ੍ਰਹਿਣ ਨਹੀਂ ਕੀਤਾ ਜਾਂਦਾ, ਜਿਹਦਾ ਕਾਰਨ ਹੈ ਸਾਰੀ ਜ਼ਿੰਦਗੀ ਦੁਖੀ ਰਹਿੰਦੇ ਆ ਪਰਿਵਾਰ ਦੇ ਵਿੱਚ। ਤੋ ਗੁਰੂ ਸਾਹਿਬਾਨਾਂ ਨੇ ਇੱਥੇ ਕੱਪੜੇ ਦੀ ਤੇ ਦਾਜ ਦੀ ਗੱਲ ਕੀਤੀ ਆ ਬਾਣੀ ਵਿੱਚ। ਕਹਿੰਦੇ ਉਹ ਦਾਜ ਦਿਓ ਜਿਹੜਾ ਧੀ ਨੂੰ ਅੱਗੇ ਜਾ ਕੇ ਉਹ ਸੰਸਕਾਰ ਪੈਦਾ ਕਰ ਦਿਓ ਉਹਦੇ ਵਿੱਚ, ਜਿਹੜਾ ਤੁਹਾਨੂੰ ਕਦੇ ਵੀ ਧੀ ਦਾ ਲਾਂਭਾ ਨਾ ਆਵੇ, ਕਦੇ ਵੀ ਸਿਰ ਝੁਕਾਉਣਾ ਨਾ ਪਵੇ। ਜਿਹੜੀ ਮੈਂ ਅਗਲੀ ਗੱਲ ਕਹਿਣੀ ਹੈ, ਉਹ ਧੀ ਜਿਹੜੀ ਘਰ ਦੇ ਵਿੱਚ ਸਹੀ ਸੰਸਕਾਰਾਂ ਵਿੱਚ ਪਲੀ ਹੋਏਗੀ ਨਾ, ਉਹ ਅੱਗੇ ਜਾ ਕੇ ਵੀ ਵਾਹਵਾ ਖੱਟੇਗੀ, ਸੋਭਾ ਲਵੇਗੀ। ਅੱਛਾ, ਇਸੇ ਗੱਲ ਨੂੰ ਦੂਜੇ ਪਾਸੇ ਲੈ ਜਾਓ। ਜਿਹੜਾ ਇੱਥੇ ਸੰਸਾਰ ਵਿੱਚ ਆਪਾਂ ਆਏ ਆ ਨਾ, ਇਹ ਵੀ ਆਪਣਾ ਜਿਹੜਾ ਘਰ ਹੈ, ਆਪਾਂ ਅਗਲੇ ਘਰ ਜਾਣਾ। ਸਭਨਾ ਸਹੁਰੇ ਵੰਜਣਾ, ਸਭ ਮੁਕਲਾਵਣ ਹਾਰ। ਇਹ ਸੰਸਾਰ ਤੇ ਰਹਿਣਾ ਪੇਕਿਆਂ ਦਾ ਘਰ ਹੈ ਆਪਣਾ। ਫਿਰ ਸਮਝੋ ਪੇਕਿਆਂ ਦਾ ਘਰ। ਤੇ ਕਿੰਨਾ ਵੀ ਕਿਉਂ ਨਾ ਜ਼ੋਰ ਲਾਈ ਜਾਵੇ, ਮੈਂ ਰਹਿਣਾ, ਮੈਂ ਨਹੀਂ ਜਾਣਾ, ਮੈਂ ਰਹਿਣਾ। 4 ਬੰਦੇ 10 ਬੰਦੇ ਪਿੰਡ ਦੀ ਪੰਚਾਇਤ ਵੀ ਇਹ ਗੱਲ ਕਹੇਗੀ, ਧੀ ਭੈਣ ਨੂੰ ਨਹੀਂ ਧੀਏ, ਜਿੱਥੇ ਮਾਂ ਬਾਪ ਨੇ, ਪੰਚਾਇਤ ਨੇ, ਨਗਰ ਨੇ ਵਿਆਹ ਦਿੱਤਾ ਹੈ, ਉੱਥੇ ਪਰਿਵਾਰ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਸਰ ਕਰ। ਤੇਰੇ ਵਾਸਤੇ, ਸਾਡੇ ਨਗਰ ਵਾਸਤੇ, ਸਭ ਵਾਸਤੇ, ਤੇਰੇ ਭੈਣਾਂ ਭਰਾਵਾਂ ਵਾਸਤੇ ਇਹੀ ਬੜੀ ਸੋਭਾ ਦੀ ਗੱਲ ਹੈ। ਇਹੀ ਕਹਿੰਦੇ ਆ ਨਾ ਸਾਧ ਸੰਗਤ ਜੀ, ਸੁੰਪ ਸੰਸਕਾਰਾਂ ਕਰਕੇ ਧੀ ਭੈਣ ਵਸ ਜਾਂਦੀ ਹੈ। ਤੇ ਜਿਨ੍ਹਾਂ ਨੇ ਇੱਥੇ ਕੁਝ ਖੱਟਿਆ ਹੋਏਗਾ, ਸਿਮਰਨ ਬਾਣੀ ਨਿਤਨੇਮ ਕਰਮ ਧਰਮ ਪੂਰਾ ਸਤਿਗੁਰੂ ਪਾਈ ਹੈ, ਜਿਨ੍ਹਾਂ ਨੇ ਇੱਥੇ ਵੀ ਕੁਝ ਖੱਟਿਆ ਹੋਏਗਾ ਨਾ, ਉਹਨਾਂ ਨੂੰ ਵੀ ਪਰਲੋਕ ਵਿੱਚ ਜਾ ਕੇ ਸਾਧ ਸੰਗਤ ਜੀ ਉਹਨਾਂ ਨੂੰ ਜਗ੍ਹਾ ਮਿਲੇਗੀ, ਥਾਂ ਮਿਲੇਗੀ, ਉਹਨਾਂ ਦਾ ਜੀਵਨ ਹੀ ਸਫਲਾ ਹੋਏਗਾ। ਇਹ ਇੰਨੀਆਂ ਗੱਲਾਂ ਕਹੀਆਂ ਨੇ, ਜੇ ਤੁਹਾਡੀ ਪਕੜ ਵਿੱਚ ਆਣ। ਇਹ ਸੰਸਾਰ ਦੇ ਉੱਤੇ ਜਿਵੇਂ ਧੀਆਂ ਭੈਣਾਂ ਸ਼ੁਭ ਸੰਸਕਾਰ ਲੈ ਕੇ ਅਗਲੇ ਘਰੀ ਜਾ ਕੇ ਸੋਭਾ ਪਾਉਂਦੀਆਂ ਨੇ ਨਾ, ਤੇ ਜੀਵ ਆਪਾਂ ਸਾਰੇ, ਚਾਹੇ ਭੈਣਾਂ ਨੇ ਚਾਹੇ ਭਾਈ ਨੇ, ਆਪਾਂ ਸਾਰੇ ਅਕਾਲ ਪੁਰਖ ਵਾਹਿਗੁਰੂ ਦੀਆਂ ਜੀਵ ਇਸਤਰੀਆਂ ਹਾਂ। ਤੇ ਆਪਾਂ ਵੀ ਜੇ ਸ਼ੁਭ ਸੰਸਕਾਰ ਇਕੱਠੇ ਕਰਾਂਗੇ, ਪਹਿਲਾਂ ਸਾਰਿਆਂ ਤੋਂ ਪਹਿਲਾਂ ਆਪਾਂ ਗੁਰੂ ਵਾਲੇ ਬਣਾਂਗੇ। ਪੀਓ ਪਾਉਲ ਖੰਡ ਧਾਰ ਹੋਏ ਜਨਮ ਸੁਹੇਲਾ, ਜਿਨ੍ਹਾਂ ਗੁਰਬਾਣੀ ਮਨ ਭਾਈਆਂ ਅੰਮ੍ਰਿਤ ਛਕ ਛਕੇ। ਪਹਿਲਾਂ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਂਗੇ, ਗੁਰੂ ਦੇ ਲੜ ਲੱਗਾਂਗੇ, ਨਸ਼ਿਆਂ ਦਾ ਤਿਆਗ ਕਰਾਂਗੇ, ਬੁਰਾਈਆਂ ਦਾ ਤਿਆਗ ਕਰਾਂਗੇ। ਫਿਰ ਜਦੋਂ ਅਸੀਂ ਇਹ ਸੰਸਾਰ ਛੱਡ ਕੇ ਆਪਣੇ ਸਹੁਰੇ ਘਰੀ ਜਾਵਾਂਗੇ ਨਾ, ਪਰਲੋਕ ਕਹਿੰਦੇ ਨੇ ਸਹੁਰੇ ਘਰ ਨੂੰ, ਜਦੋਂ ਆਪਾਂ ਸਹੁਰੇ ਘਰੇ ਜਾਵਾਂਗੇ ਇਹ ਘਰ ਛੱਡ ਕੇ, ਇਹ ਸੰਸਾਰ ਛੱਡ ਕੇ, ਤਾਂ ਉੱਥੇ ਸਾਧ ਸੰਗਤ ਜੀ ਜਾ ਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਆਪਣੀ ਸੋਭਾ ਹੋਏਗੀ, ਵਡਿਆਈ ਹੋਏਗੀ ਵੀ ਇਹ ਧੀ ਭੈਣ ਬੜੀ ਸੰਸਕਾਰਾਂ ਵਾਲੀ ਆਈ ਹੈ। ਸਾਰਾ ਘਰ ਸਵਾਰ ਕੇ ਰੱਖ ਦਿੱਤਾ, ਇਕੱਠ ਵਿੱਚ ਰੱਖਿਆ, ਪਿਆਰ ਦੇ ਵਿੱਚ ਰੱਖਿਆ, ਕਿੰਨੀ ਸੋਭਾ ਹੋਵੇਗੀ। ਸੋ ਇਸ ਕਰਕੇ ਸਾਧ ਸੰਗਤ ਜੀ ਇੱਥੇ ਆਉਣ ਦਾ ਜਿਹੜਾ ਆਪਾਂ ਬਚਨ ਗੁਰੂ ਸਾਹਿਬ ਜੀ ਦਾ ਲਿਆ ਹੈ ਨਾ, ਵੀ ਇਹ ਸੰਸਾਰ ਦੇ ਉੱਤੇ ਆਉਣ ਦਾ ਕਾਰਨ ਕੁਝ ਹੋਰ ਹੈ। ਜੋ ਅਸੀਂ ਕਾਰਨ ਮੰਨੀ ਬੈਠੇ ਹਾਂ ਉਹ ਕਾਰਨ ਨਹੀਂ ਹੈ। ਸੰਸਾਰ ਉੱਤੇ ਜਨਮ ਲੈ ਲੈਣਾ, ਜਨਮ ਲੈ ਕੇ ਬਚਪਨ ਤੋਂ ਜਵਾਨੀ ਦੇ ਵਿੱਚ ਹਰ ਇੱਕ ਜੀਵ ਦੀ ਭੱਜ ਦੌੜ ਹੈ। ਅੱਜ ਮਿਹਨਤ ਕਰਦੇ ਆਂ, ਸਾਡੇ ਵੀਰ ਭਰਾ ਕੰਮ ਕਰਦੇ ਆਂ ਦਿਨੇ ਦਿਨੇ, ਪਰ ਉਸ ਤੋਂ ਵੀ ਉੱਪਰ ਉੱਠ ਕੇ ਓਵਰ ਟਾਈਮ ਲਾਉਂਦੇ ਆਂ। ਓਵਰ ਟਾਈਮ ਉਹੀ ਲਾਉਂਦੇ ਨੇ ਜਿਨ੍ਹਾਂ ਦੇ ਸਰੀਰ ਦੇ ਵਿੱਚ ਬਲ ਹੁੰਦਾ, ਸਮਰੱਥਾ ਹੁੰਦੀ ਹੈ। ਕਾਹਦੇ ਵਾਸਤੇ? ਇਸ ਵਾਸਤੇ ਲੈਂਦੇ ਆ ਜਿਹੜਾ ਕੰਮ ਅਸੀਂ 20 ਸਾਲ ਕਰਨਾ ਉਹਨੂੰ ਕਵਰ ਕਰਦੇ ਆ ਥੋੜੇ ਸਮੇਂ ਵਿੱਚ ਪੂਰਾ ਕਰ ਲਈਏ। ਹੁੰਦਾ ਕਿ ਨਹੀਂ ਹੁੰਦਾ ਲਾਲਚ? ਤੋ ਸਾਧ ਸੰਗਤ ਜੀ ਦੇਖੋ ਬਾਣੀ ਦੇ ਕਿੰਨੇ ਮੋਲਕ ਬਚਨ ਨੇ। ਮਹਾਰਾਜ ਜੀ ਕਹਿੰਦੇ ਬੰਦਾ ਕਿੰਨਾ ਆਪਣੇ ਆਪ ਨੂੰ ਸਿਆਣਾ ਤੇ ਸਮਝਦਾਰ ਮੰਨੀ ਬੈਠਾ ਹੈ ਕਿ ਦੁਨੀਆ ਦੇ ਕਾਰਜਾਂ ਵਾਸਤੇ ਤਾਂ ਓਵਰ ਟਾਈਮ ਲਾ ਕੇ ਅੱਗੇ ਵੱਧਦਾ। ਬਾਬਾ ਕਬੀਰ ਜੀ ਨੇ ਤਾਂ ਇੱਥੇ ਤੱਕ ਕਿਹਾ ਹੋਇਆ, ਕਹਿੰਦੇ ਰਾਤ ਜੇ ਸੋਵੈ, ਰਾਤ ਜੇ ਸੋਵੈ ਦਿਨ ਕਰੈ ਕਾਮ। ਰਾਤ ਨੂੰ ਕਹਿੰਦੇ ਜੇ 4 ਪੈਰ ਸੌਂ ਵੀ ਲੈਂਦਾ, ਕਹਿੰਦੇ ਦਿਨੇ ਕੰਮ ਕਰਦਾ, ਬਹੁਤ ਕੰਮ ਕਰਦਾ, ਓਵਰ ਟਾਈਮ ਲਾਉਂਦਾ। ਰਾਤ ਜੇ ਸੋਵੈ ਦਿਨ ਕਰੈ ਕਾਮ। ਉਹ ਕਹਿੰਦੇ ਘਾਟਾ ਇਸ ਗੱਲ ਦਾ ਪੈ ਗਿਆ, ਇੱਕ ਅੱਖੇ ਨਾਲ ਲਿਖਿਆ ਨਾ ਹਰ ਕੋ ਨਾਮ।
ਉਹ ਕਹਿੰਦੇ ਭੋਲਿਆ ਇੱਕ ਖਿੰਨ ਵੀ ਤੂੰ ਕਹਿੰਦੇ ਕਦੇ ਰਹਿ ਰਸ ਦੇ ਪਾਠ ਦੇ ਵਿੱਚ ਨਹੀਂ ਆ ਕੇ ਬੈਠਿਆ। ਇੱਕ ਟਾਈਮ ਕੋਈ ਬੈਠਿਆ ਤੁਹਾਡੇ ਵਿੱਚੋਂ ਰਹਿ ਰਸ ਦਾ ਪਾਠ ਹੁੰਦਾ ਹੋਵੇ, ਕਹਿੰਦੇ ਭਾਈ ਜੀ ਦੀ ਡਿਊਟੀ ਤਾਂ ਲਾਈ ਹੈ, ਗ੍ਰੰਥੀ ਦੀ ਡਿਊਟੀ ਹੈ ਰਹਿ ਰਸ ਸਾਹਿਬ ਦੀ ਕਰਨ ਦੀ, ਠੀਕ ਹੈ ਜ਼ਰੂਰ ਹੈ, ਪਰ ਸਾਧ ਸੰਗਤ ਜੀ ਅਸੀਂ ਇਸ ਗੱਲ ਤੇ ਡਿਪੈਂਡ ਨਾ ਰਹੀਏ। ਜੇ ਆਪਾਂ ਇੰਨੀ ਨੋਰਮਲ ਗੱਲ ਸਮਝਦੇ ਹਾਂ ਵੀ ਬੁਰਕੀ ਆਪਣੀ ਤੋੜੀ ਵੀ ਤਾਂ ਆਪਣੇ ਸਰੀਰ ਨੂੰ ਫਾਇਦਾ ਕਰੇਗੀ, ਤੇ ਇਸੇ ਤਰ੍ਹਾਂ ਜੇ ਗ੍ਰੰਥੀ ਦਾ ਪੜਿਆ ਪਿਆ ਨਿਤਨੇਮ ਸਵੇਰ ਸ਼ਾਮ ਦਾ, ਉਹ ਤਾਂ ਜਿੱਥੇ ਬਾਜ ਜਾਂਦੀ ਹੈ ਜਿਹੜਾ ਕੋਈ ਸੁਣਦਾ ਉਹਦਾ ਭਲਾ ਏ, ਪਰ ਜਿਹੜਾ ਅਸਲ ਕਾਰਨ ਹੈ ਉਹ ਆਪਣਾ ਕੁਝ ਹੋਰ ਕਾਰਨ ਹੈ ਇਸ ਸੰਸਾਰ ਤੇ ਆਉਣ ਦਾ। ਗ੍ਰੰਥੀ ਦੀ ਡਿਊਟੀ ਤਾਂ ਹੈ, ਉਹਨੇ ਸਵੇਰੇ ਉੱਠਣਾ ਹੀ, ਉਹਦੀ ਡਿਊਟੀ ਲਾਈ ਹੈ ਗੁਰੂ ਸਾਹਿਬ ਜੀ ਨੇ, ਨਗਰ ਨੇ, ਤੜਕੇ ਉੱਠਣਾ, ਨਿਤਨੇਮ ਕਰਨਾ, ਪੰਜਾਂ ਬਾਣੀਆਂ ਦਾ, ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਹੈ। ਭਾਗਾਂ ਵਾਲਿਓ, ਪਰ ਗੁਰੂ ਸਾਹਿਬ ਜੀ ਦੇ ਬਚਨ ਨੂੰ ਕੌਣ ਮੰਨੇਗਾ? ਅਸੀਂ ਤਾਂ ਰਹਿਰਾਸ ਸਾਹਿਬ ਇਕੱਲੀ ਸੁਣਨ ਮਾਤਰ ਜਾਂ ਇਸ ਗੱਲ ਦੇ ਵਿੱਚ ਹੀ ਨਾ ਰਹਿ ਜਾਈਏ। ਹੁਣ ਇਹ ਗੱਲਾਂ ਤੇ ਤਾਂ ਪਤਾ ਲੱਗਣੀਆਂ ਜੇ ਆਪਾਂ ਰਹਿਰਾਸ ਪੜ੍ਹੀ ਹੋਵੇ ਜਾਂ ਸੁਣੀ ਹੋਵੇ ਕਦੇ ਗੌਰ ਦੇ ਨਾਲ। ਜੇ ਨਹੀਂ ਸੁਣੀ ਤੇ ਅੱਜ ਸੁਣਿਓ ਪਾਠ ਰਹਿਰਾਸ ਸਾਹਿਬ ਦਾ। ਉੱਥੇ ਬਚਨ ਨੇ ਮਹਾਰਾਜ ਜੀ ਦੇ, ਕਹਿੰਦੇ ਭਾਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ, ਗੋਬਿੰਦ ਮਿਲਨ ਕੀ, ਬੋਲੋ ਜੀ ਜਿਹਨਾਂ ਨੂੰ ਯਾਦ ਹੈ ਪੰਕਤੀਆਂ ਬਾਣੀ ਦੀਆਂ। ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਕਹਿੰਦੇ ਓਏ ਗੁਰੂ ਗੋਬਿੰਦ, ਅਕਾਲ ਪੁਰਖ ਵਾਹਿਗੁਰੂ ਨੂੰ ਕਿਹਾ ਇੱਥੇ ਸੰਬੋਧਨ ਕਰਕੇ, ਕਹਿੰਦੇ ਗੋਬਿੰਦ ਨੂੰ ਮਿਲਣ ਦੀ ਇਹ ਤੇਰੀ ਬਾਰੀ ਹੈ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅੱਛਾ ਜੀ, ਫਿਰ ਅੱਗੇ ਬੰਦਾ ਸਵਾਲ ਕਰਦਾ, ਸਿਆਣੇ ਹਨ ਆਪਾਂ ਤਾਂ ਕਰਕੇ, ਕਹਿੰਦੇ ਜੀ ਕੰਮ ਬੜੇ ਆ ਜੀ, ਜ਼ਿੰਮੇਵਾਰੀਆਂ ਬੜੀਆਂ ਅੱਜ ਦੁਨੀਆ ਦੇ ਬੰਦਿਆਂ ਕੋਲ, ਬਹੁਤ ਜ਼ਿੰਮੇਵਾਰੀਆਂ ਨੇ। ਚੰਗੀ ਗੱਲ ਹੈ, ਜ਼ਿੰਮੇਵਾਰੀਆਂ ਤੋਂ ਭੱਜਣਾ ਨਹੀਂ ਹੈ। ਜ਼ਿੰਮੇਵਾਰੀਆਂ ਪਰਿਵਾਰ ਦੀਆਂ ਨੇ, ਨਗਰ ਦੀਆਂ ਨੇ, ਭਾਵੇਂ ਕਿਸੇ ਅਹੁਦੇ ਤੇ ਆ, ਪੋਸਟ ਤੇ ਆ, ਜ਼ਰੂਰ ਨਿਭਾਉਣੀਆਂ। ਪਰ ਸਾਧ ਸੰਗਤ ਜੀ ਇਕੱਲੀਆਂ ਆਹੀ ਗੱਲਾਂ ਦੇ ਵਿੱਚ ਨਾ ਰਹਿ ਜਾਈਏ। ਇਹ ਸਮੇਂ ਦਾ ਇੱਕ ਸੁਭਾਅ ਏ, ਸਮੇਂ ਦਾ ਇੱਕ ਸੁਭਾਅ ਏ, ਚੱਲਦਾ ਰਹਿੰਦਾ, ਇਹ ਕਦੇ ਰੁਕਦਾ ਨਹੀਂ ਹੁੰਦਾ। ਤੁਸੀਂ ਹਿਸਾਬ ਲਾ ਲਓ, ਅੱਜ ਤੋਂ ਕੁਝ ਦਿਨ ਪਹਿਲਾਂ ਆਪਣੇ ਵਿੱਚ ਹੀ ਸੀਗੇ ਸਰਦਾਰ ਬਲਜੀਤ ਸਿੰਘ, ਪਰ ਸਮੇਂ ਨੇ ਹੌਲੀ ਹੌਲੀ ਵਰਤ ਗਿਆ, ਚਲੇ ਗਏ, ਸਮਾਂ ਫਿਰ ਵੀ ਚੱਲ ਰਿਹਾ। ਆਪਾਂ ਇੱਥੇ ਥੋੜ੍ਹੇ ਸਮੇਂ ਵਾਸਤੇ ਬੈਠੇ ਹੋਏ ਹਾਂ ਗੁਰੂ ਦੇ ਚਰਨਾਂ ਵਿੱਚ, ਸਮਾਂ ਫਿਰ ਵੀ ਚੱਲ ਹੀ ਰਿਹਾ। ਆਪਾਂ ਕੁਝ ਸਮੇਂ ਤੱਕ ਅਰਦਾਸ ਹੋ ਜਾਣੀ ਹੈ, ਹੁਕਮਨਾਮੇ ਸਾਹਿਬ ਕੜਾ ਪ੍ਰਸ਼ਾਦੀ ਦੇਗ ਵਰਤ ਜਾਣੀ ਹੈ, ਸਮਾਂ ਫਿਰ ਵੀ ਚੱਲੀ ਜਾਣਾ। ਆਪਾਂ ਰਾਤ ਨੂੰ ਜਾ ਕੇ ਸੌ ਜਾਣਾ, ਸਮੇਂ ਨੇ ਫਿਰ ਵੀ ਚੱਲੀ ਜਾਣਾ। ਭਾਵ ਸਮੇਂ ਦਾ ਇੱਕ ਨਿਯਮ ਹੈ, ਨਹੀਂ ਚੱਲਦਾ ਹੀ ਰਹਿਣਾ, ਇਹਨੇ ਰੁਕਣਾ ਨਹੀਂ। ਅੱਛਾ ਜੀ, ਫਿਰ ਸਮੇਂ ਨੂੰ ਸਫਲਾ ਕਰਨਾ ਹੈ, ਸਮੇਂ ਨੂੰ ਸਫਲਾ ਕਰਨਾ ਹੈ। ਕਿਹਨਾਂ ਦਾ ਸਮਾਂ ਸਫਲਾ ਹੈ? ਜਿਹੜੇ ਆ ਗੁਰੂ ਦੇ ਚਰਨਾਂ ਵਿੱਚ ਕੁਝ ਮਿੰਟਾਂ ਵਾਸਤੇ ਜੁੜੇ ਹੋਏ ਨੇ, ਜਿਨ੍ਹਾਂ ਨੇ ਆਹ ਪਲ ਜਿਹੜੇ ਨੇ ਨਾ, ਘੜੀਆਂ ਨੂੰ ਗੁਰੂ ਦੇ ਅਰਪਿਤ ਕੀਤਾ ਹੋਇਆ, ਗੁਰੂ ਨੂੰ ਸਮਰਪਣ ਕੀਤਾ ਹੋਇਆ ਕੁਝ ਸਮਾਂ। ਗੁਰਬਾਣੀ ਤੇ ਆ ਜਾਈਏ, ਗੁਰੂ ਸਾਹਿਬ ਜੀ ਬਚਨ ਕਰਦੇ ਆ, ਕਹਿੰਦੇ ਭਾਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ। ਹੁਣ ਪਤਾ ਲੱਗ ਗਿਆ ਨਾ ਵੀ ਕਾਰਨ ਕੀ ਆ ਸੰਸਾਰ ਤੇ ਆਉਣ ਦਾ। ਸੰਸਾਰ ਦੇ ਉੱਤੇ ਆਉਣ ਦਾ ਕਾਰਨ ਹੈ ਸਾਧ ਸੰਗਤ ਕਿ ਆਪਾਂ ਪਰਮੇਸ਼ਰ ਤੋਂ ਵਿਛੜੇ ਹੋਇਆ। ਕਹੇ ਕਬੀਰ, ਗੌਰ ਨਾਲ ਸੁਣਿਓ ਜੀ, ਬਾਣੀ ਦੀਆਂ ਪੰਕਤੀਆਂ ਨੇ। ਕਹੇ ਕਬੀਰ ਏ ਰਾਮ ਕੀ ਅੰਸ਼, ਆਪਾਂ ਸਾਰੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਅੰਸ਼ਾਂ। ਜਸ ਕਾਗਦ ਪਰ ਮਿਟੈ ਨਾ ਮਸ। ਫਿਰ ਸਮਝਿਓ, ਆਪਾਂ ਅਕਾਲ ਪੁਰਖ ਵਾਹਿਗੁਰੂ ਦੇ ਧੀਆਂ ਤੇ ਪੁੱਤਰ, ਉਹਦੇ ਵਿੱਚੋਂ ਤਾਕਤਾਂ ਸ਼ਕਤੀਆਂ ਸਰੀਰ ਲੈ ਕੇ ਸੰਸਾਰ ਤੇ ਆਏ ਹੋਏ। ਜਿਵੇਂ ਆਪਾਂ ਬੱਚਿਆਂ ਨੂੰ ਸਮਾਂ ਦਿੱਤਾ ਹੋਇਆ ਨਾ, ਵਿਦੇਸ਼ ਗਏ ਹੋਏ ਆ ਬੱਚੇ, ਸਮੇਂ ਦੀ ਨਿਜਾਕ ਦੇ ਨਾਲ ਹੌਲੀ ਹੌਲੀ ਜਦੋਂ ਸਮਾਂ ਬਣਦਾ ਵਾਪਸ ਮੁੜਨ ਦੀ। ਇਹ ਆਪਾਂ ਨੂੰ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੇ ਸਮਾਂ ਦਿੱਤਾ ਹੈ ਕੁਝ ਕਰਨ ਵਾਸਤੇ, ਇਹਦੇ ਪਿੱਛੇ ਕਾਰਨ ਹੈ ਸਾਧ ਸੰਗਤ। ਕੀ ਕਾਰਨ ਹੈ? ਭਾਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਤੇਰੀ ਬਰੀਆ। ਆਪਾਂ ਨੂੰ ਸਿਮਰਨ ਕਰਨ ਵਾਸਤੇ, ਬੰਦਗੀ ਕਰਨ ਵਾਸਤੇ, ਨਿਤਨੇਮ ਕਰਨ ਵਾਸਤੇ, ਬਾਣੀ ਪੜ੍ਹਨ ਵਾਸਤੇ, ਲੰਗਰ ਦੀ ਸੇਵਾ ਕਰਨ ਵਾਸਤੇ, ਭਾਂਡਿਆਂ ਦੀ ਸੇਵਾ ਕਰਨ ਵਾਸਤੇ, ਜੋੜੇ ਝਾੜਨ ਵਾਸਤੇ, ਚਾਦਰਾਂ ਗੁਰੂ ਘਰ ਦੀਆਂ ਤੱਪੜ ਝਾੜਨ ਵਾਸਤੇ ਆਹ ਸਮਾਂ ਮਿਲਿਆ ਹੋਇਆ। ਹੁਣ ਉਦਾਹਰਨਾਂ ਦੂਜੇ ਪਾਸੇ ਸਮਝਿਓ ਵੀ ਆਹ ਸਰੀਰ ਨੂੰ ਹੀ ਸਮਾਂ ਮਿਲਿਆ ਹੋਇਆ। ਸਮਝਿਓ ਗੱਲ ਨੂੰ, ਆਹ ਸਰੀਰ ਨੂੰ ਸਮਾਂ ਮਿਲਿਆ ਹੋਇਆ।
जे ਇਹ ਸਰੀਰ ਦੇ ਵਿੱਚ ਆ ਕੇ ਆਪਾਂ ਗੁਰੂ ਵਾਲਾ ਨਹੀਂ ਬਣਦੇ, ਆਪਾਂ ਧਰਮ ਕਰਮ ਦੇ ਵਿੱਚ ਪੂਰੇ ਨਹੀਂ ਉਤਰਦੇ, ਆਪਾਂ ਬਾਣੀ ਨਾਲ ਪਿਆਰ ਸ਼ਰਧਾ ਭਾਵਨਾ ਉਹਨੂੰ ਜੀਵਨ ਦੇ ਵਿੱਚ ਆਪਣਾ ਨਿਯਮ ਨਹੀਂ ਮੰਨਦੇ, ਆਪਣਾ ਨੇਮ ਨਹੀਂ ਬਣਾਉਂਦੇ, ਤਾਂ ਤੁਸੀਂ ਹਿਸਾਬ ਲਾ ਲਓ। ਗੁਰੂ ਸਾਹਿਬ ਜੀ ਇੱਥੇ ਤੱਕ ਬਚਨ ਕਹਿੰਦੇ ਆ, ਕਹਿੰਦੇ ਪੌੜੀ ਛੁਟਕੀ ਪੌੜੀ ਛੁਟਕੀ ਫਿਰ ਹਾਥ ਨਾ ਆਵੇ, ਅਹਿਲਾ ਜਨਮ ਗਵਾਇਆ। ਕਹਿੰਦੇ ਬੰਜਾ ਕਿਸੇ ਚੁਬਾਰੇ ਤੇ ਚੜ੍ਹਦਾ ਹੋਇਆ, ਕਹਿੰਦੇ 10 ਡੰਡੇ ਚੜ੍ਹ ਜਾਵੇ ਨਾ ਮੰਜ਼ਲ ਦੇ, ਤੇ ਅਖੀਰਲੇ ਡੰਡੇ ਤੇ ਜਾ ਕੇ ਕਹਿੰਦੇ ਪੈਰ ਤਿਲਕ ਜਾਵੇ, ਫਿਸਲ ਜਾਏ, ਤਾਂ ਜਿਹੜੇ 9 ਡੰਡੇ ਚੜੇ ਨੇ ਉਹ ਵੀ ਬਿਰਥ ਜਾਂਦੇ ਨੇ, ਉਹਦੇ ਥੱਲੇ ਡਿੱਗਦਾ, ਫਿਰ 9 ਚੜੇਗਾ। ਇਹ ਜਨਮ ਕਹਿੰਦੇ ਤੇਰਾ ਲਾਸਟ ਡੰਡਾ ਹੈ ਜ਼ਿੰਦਗੀ ਦਾ, ਆਹ ਜਨਮ ਤੇਰਾ ਲਾਸਟ ਡੰਡਾ ਪੌੜੀ ਦਾ, ਜ਼ਿੰਦਗੀ ਦਾ। ਜੇ ਇਹਨੂੰ ਨਾ ਸੰਭਲਿਆ, ਨਾ ਸੰਭਾਲਿਆ, ਤਾਂ ਇੱਥੇ ਤੱਕ ਨੌਬਤ ਚਲੀ ਜਾਣੀ ਹੈ। ਕਿੱਥੇ ਤੱਕ ਨੌਬਤ ਚਲੀ ਜਾਣੀ ਹੈ? ਸਮਝੋ ਬਾਣੀ ਦੀਆਂ ਪੰਕਤੀਆਂ, ਜੰਮੈ ਜੰਮੈ ਮਰੈ, ਮਰੈ ਫਿਰ ਜੰਮੈ। ਇਹ ਪ੍ਰਕਿਰਿਆ ਸ਼ੁਰੂ ਹੋਣੀ ਹੈ। ਜੰਮਣਾ ਫਿਰ ਮਰਨਾ, ਫਿਰ ਜੰਮਣਾ ਫਿਰ ਮਰਨਾ, ਇਹ ਚੱਲਦੀ ਜਾਣਾ ਹੈ। ਛੁਟਕਾਰਾ ਕਿਵੇਂ ਹੋਣਾ? ਜੰਮੈ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਕਹਿੰਦੇ ਸਜ਼ਾ ਹੈ ਤੈਨੂੰ ਜੰਮਣਾ ਮਰਨਾ ਵੀ। ਇਹ ਕੀ ਹੈ ਜੀ? ਸਜ਼ਾ ਹੈ ਤੈਨੂੰ। ਮਰੈ ਜੰਮੈ, ਜੰਮੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਹੁਣ ਇਹਦੇ ਉੱਤੋਂ ਆਪਾਂ ਛੁਟਕਾਰਾ ਕਿਵੇਂ ਲੈਣਾ? ਗੁਰੂ ਸਾਹਿਬ ਜੀ ਕਹਿੰਦੇ ਉਦਾਹਰਨਾਂ ਸਮਝਿਓ। ਇਹ ਜਨਮ ਕਿੰਨਾ ਕਾ ਮੋਲਕ ਹੈ, ਮਾਨਸ ਜਨਮ ਦੁਲੰਭ ਹੈ, ਹੋਏ ਨਾ 12 ਬਾਰ, ਜੋ ਬਨ ਫਲ ਪਾਕੇ ਭੁਵੇਂ ਗਿਰਹਿ ਬਹੁਰ ਨਾ ਲੱਗੈ ਡਾਰ। ਕਹਿੰਦੇ ਜਿਵੇਂ ਦਰਖਤਾਂ ਤੋਂ ਫਲ ਟੁੱਟ ਕੇ ਧਰਤੀ ਦੇ ਡਿੱਗੇ ਦੁਬਾਰੇ ਨਹੀਂ ਨਾ ਜੁੜਿਆ ਕਰਦੇ, ਲੱਗਿਆ ਕਰਦੇ, ਤੇ ਜੇ ਕਿਸੇ ਤਰੀਕੇ ਨਾਲ ਲਾ ਵੀ ਦਈਏ ਫਿਰ ਉਹ ਮੁਰਝਾ ਜਾਂਦੇ ਆ, ਸੁੱਕ ਜਾਂਦੇ ਆ, ਟੁੱਟ ਜਾਂਦੇ ਆ, ਖਤਮ ਹੋ ਜਾਂਦੇ ਆ। ਉਹ ਕਹਿੰਦੇ ਇਸੇ ਤਰ੍ਹਾਂ ਜਨਮ ਵੀ ਜਿਹੜਾ ਇੱਕੋ ਵਾਰੀ ਮਿਲਦਾ ਹੈ। ਜੇ ਇਹ ਨਾ ਸਾਂਭਿਆ, ਮਹਾਰਾਜ ਜੀ ਕਹਿੰਦੇ ਫਿਰ 1 ਕੱਟ 84 ਲੱਖ ਜੂਨ ਦੇ ਵਿੱਚ ਗੇੜਾ ਦੇਣਾ ਪੈਣਾ। 1 ਕੱਟ 84 ਲੱਖ ਜੂਨੀ ਹੈ। ਹੁਣ ਕਹਾਂਗੇ ਕਿੱਥੇ ਲਿਖਿਆ? ਅੱਜ ਸਾਨੂੰ ਜਿਹੜੇ ਵਖਰੇਵੇਂ ਪਾਏ ਜਾ ਰਹੇ ਨੇ ਨਾ, ਹਰ ਗੱਲ ਤੇ ਕਿੰਤੂ, ਹਰ ਗੱਲ ਤੇ ਕਿੰਤੂ ਪਾਇਆ ਜਾ ਰਿਹਾ, ਬਹੁਤ ਭਰਮ ਪਾਇਆ ਜਾ ਰਿਹਾ ਅੱਜ। ਪਰ ਗੁਰੂ ਸਾਹਿਬ ਜੀ ਦਾ ਬਚਨ ਇੱਕ ਇੱਕ ਸਾਡੇ ਵਾਸਤੇ, ਉਹਨਾਂ ਦੇ ਬੋਲ ਜਿਹੜੇ ਨੇ ਉਹ ਸੱਤ ਸੱਤ ਨੇ। ਕਿਉਂ ਨੇ ਜੀ? ਕਿਉਂਕਿ ਗੁਰੂ ਸਾਹਿਬ ਜੀ ਮਿੱਥਿਆ ਬਚਨ ਨਹੀਂ ਕਹਿ ਸਕਦੇ ਕਦੇ ਵੀ। ਸੱਤ 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 ਪ੍ਰਭ ਸੁਆਮੀ ਹੈ ਉਹਨਾਂ ਦੇ। ਇਹ ਰਸਨਾ ਤੋਂ ਲਿਖਿਆ ਬਚਨ ਕਦੇ ਝੂਠ ਨਹੀਂ ਹੋ ਸਕਦਾ। ਜੇ ਉਹਨਾਂ ਨੇ ਕਿਹਾ 84 ਲੱਖ ਪ੍ਰਭ ਜੂਨ ਸਵਾਈ, ਤਾਂ ਜੁਨੀ ਹੈ। ਜੇ ਉਹਨਾਂ ਨੇ ਕਿਹਾ ਵੀ ਜੁਨੀਆਂ ਦੇ ਵਿੱਚ ਭਟਕਣਾ ਪਏਗਾ ਤੈਨੂੰ ਰੱਬ ਤੋਂ ਭੁੱਲ ਕੇ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ, ਫੇਰ ਪੈਣਗੇ, ਫੇਰ ਉਹਨੂੰ ਨਹੀਂ ਮੇਟ ਸਕਦੇ। ਤੋ ਆਪਣੀ ਵਿਚਾਰ ਤੇ ਆ ਜਾਈਏ। 1 ਕੱਟ 84 ਲੱਖ ਜੁਨੀ ਹੈ ਜੀ। ਕਹਾਂਗੇ ਕਿੱਥੇ ਲਿਖਿਆ? ਅੱਜ ਇਹ ਗੱਲ ਜ਼ਿਆਦਾ ਪ੍ਰਚਲਿਤ ਹੈ। ਕਿੱਥੇ ਲਿਖਿਆ ਜੀ? ਗੁਰਬਾਣੀ ਦਾ ਜਿਹੜਾ ਸੱਚੇ ਪਾਤਸ਼ਾਹ ਦਾ ਉਪਦੇਸ਼ ਹੈ ਨਾ, ਗੁਰਮੰਤਰਹੀਨ ਜੋ ਪ੍ਰਾਣੀ। ਕਹਿੰਦੇ ਜਿਹੜੇ ਗੁਰੂ ਵਾਲਾ ਨਹੀਂ ਬਣੇ, ਗੁਰੂ ਦੇ ਮੰਤਰ ਤੋਂ, ਗੁਰੂ ਦੀ ਬਾਣੀ ਤੋਂ ਮੁਨਕਰ ਹੋਏ ਪਏ ਆ, ਉਹਨਾਂ ਨੂੰ ਕਹਿੰਦੇ ਦੁਨੀਆ ਵਿੱਚ ਹਰ ਹਿੱਲੇ ਜਾਣਾ ਪੈਣਾ। ਗੁਰਮੰਤਰਹੀਨ ਜੋ ਪ੍ਰਾਣੀ ਤ੍ਰਿਗੰਤ, 100 ਵਾਰੀ ਲਾਹਨਤ ਹੈ ਕਹਿੰਦੇ ਐਸੇ ਜੀਵਨ ਨੂੰ ਜਿਹੜਾ ਬਾਣੀ ਨਹੀਂ ਪੜ੍ਹ ਸਕਿਆ, ਗੁਰੂ ਵਾਲਾ ਹੀ ਨਹੀਂ ਬਣ ਸਕਿਆ। ਲਾਹਨਤ ਹੈ ਕਹਿੰਦੇ ਐਸੇ ਜੀਵਨ ਨੂੰ, ਤਰਕਾਰ ਹੈ ਕਹਿੰਦੇ ਐਸੇ ਜੀਵਨ। ਗੁਰਬਾਣੀ ਦੀਆਂ ਪੰਗਤੀਆਂ ਜੇ ਆਪਾਂ ਸੁਣੀਏ ਨਾ, ਤਾਂ ਬਹੁਤ ਸਾਧ ਸੰਗਤ ਜੀ ਸਮਝ ਮਿਲਦੀ ਹੈ। ਗੁਰੂ ਸਾਹਿਬ ਕਿੰਨੇ ਪਿਆਰ ਨਾਲ ਸਮਝਾਉਂਦੇ। ਕਹਿੰਦੇ ਗੁਰਮੰਤਰਹੀਨ ਜੋ ਪ੍ਰਾਣੀ ਤ੍ਰਿਗੰਤ, ਜਨਮ ਭ੍ਰਸ਼ਟਨੈ ਕਾਕੈ ਸਰਪਣੈ, ਗਰਦਬੈ ਤੁਲ ਖਲੈ। ਕਹਿੰਦੇ ਸਾਰੀਆਂ ਜੁਨੀਆਂ ਕਾਕੈ ਕਾਂ, ਸਰਪਣੈ ਸਰਪ, ਗਰਦਬੈ ਗਧੇ, ਤੁਲ ਖਲੈ ਮੂਰਖ। ਇਹ ਸਾਰੀਆਂ ਜੁਨੀਆਂ ਜੀ, ਇਹਨਾਂ ਦੇ ਵਿੱਚ ਦੀ ਕਹਿੰਦੇ ਲੰਘਣਾ ਪੈਣਾ। ਜੇ ਗੁਰੂ ਵਾਲਾ ਗੁਰੂ ਦੇ ਮੰਤਰ, ਗੁਰੂ ਦੀ ਬਾਣੀ ਤੋਂ ਪਿੱਠ ਕਰਕੇ ਬਹਿ ਗਿਆ। ਕਹਿੰਦੇ ਹੁਣ ਅਸੀਂ ਕਹਿੰਦੇ ਹਾਂ ਕਿੱਥੇ ਲਿਖਿਆ ਜੀ? ਅੱਜ ਜਿਹੜੀ ਗੱਲ ਪ੍ਰਚਲਿਤ ਹੋਈ ਪਈ,
कोई जन्म मरण नहीं है, कहते किसी गल का कहते हिसाब किताब नहीं है। फिर इन्ने साध संगत जी गुरबाणी के पाठ खंडे बाटे दे अमर की की वैल्यू रह जाएगी, की समझ रह जाएगी जे असीं ये गल कह के परां हट गए भी जी कोई गल नहीं, कुछ नहीं होता। तो गुरु साहिब जी कहते 84 लख प्रभ जूं सुबाई, मानस को प्रभ दी वड्याई, इस पौड़ी ते जो नर चुकै सो आई, जाए दुख पाएंदा। ये जिक्र किया गुरु साहिब जी ने, किते उही थोड़ी किताब च पढ़ के उही महाराज ने लिख दिता होना। 84 लख जून दे विच कहंदे गेड़ा देना पैना जे तू गुरु वाला ही नहीं बन सकिया। सो अपनी विचार ते आ रही है। जन्म का एक मेन कारण है साध संगत जी, वो की है? भाई प्राप्त मनुख दे हुरिया, गोबिंद मिलन की यह तेरी बरिया। समझ गए होंगे हुण गल नूं भी ये जन्म केवल ते केवल गुरु वाला बन के सिमरन करके बंदगी करके गुरमुखां वाले जीवन बतीत करके ये संसार तो सफला करके इहां खाट, जो आपां पंक्तियां पढ़ियां गुरबाणी, इहां खाट चलो हो हर लाहा, आगे बसन सोहेला। इत्थों जी लाहा खट के बाणी पढ़ के सिमरन करके बंदगी करके फिर इत्थों संसार तो जाइए तो गुरु साहिब जी कहते सुखाला हो जाएगा, सुखा हो जाएगा, सफला हो जाएगा। तो इस करके बाणी का फैसला है जी, भाई प्राप्त मनुख दे हुरिया, गोबिंद मिलन की तेरी बरिया, अबर काज तेरा किता ना काम। अगे बंदा सवाल करता जी मैनू काम कर बड़िया, धियां बच्चे पुत्र पालने हैं, मैं करा कि जे मैं भजना ये रुल जाणगे। आ सारिਆਂ ਦੇ सवाल ने अपने। बहुतिਆਂ ਨੂੰ ਤਾਂ ਇਹੀ ਭੁਲੇਖਾ ਪਿਆ ਜੇ मैं ना ਹੁੰਦਾ ਤੇ पता नहीं पिंड वालिਆਂ ਦਾ ਕੀ बनना ਸੀਗਾ। ਪੈ ਜਾਂਦਾ ना ਭੁਲੇਖਾ। नहीं भाई, अकाल पुरख वाहिगुरू बहुत वड्डी शक्ति के मालक है। वो गल वक्री है जिहदे सिर दे उत्ते हथ रख देंदे आ, वो सेवा करदा है। जिहदे सिर दे उत्ते गुरु हथ रख दिंदा, भावें छज्जू चीवर अंबाले क्यों ना होवे, फिर वो गीता दे अर्थ करके सुना दिंदा छज्जू चीवर। पर जे गुरु दा सिर ते हथ होएगा, वो गल वक्री है। पर यह गल दे मान दे विच रहना, हंकार दे विच आ जाना भी मेरे तो बिना कुछ नहीं हुंदा, ये हंकार ये मान है और कुछ भी नहीं है। गुरु बहुत वड्डी ताकत दा मालक है। छज्जू चीबर दे हथ रखदे हैं 8वें पातशाह गुरु हरकृष्ण महाराज। तां वो की है, वो जबान तो गुंगा पिया, कन्ना तो बोला पिया, पर जे गुरु सिर ते हथ रखदा फिर वो गीता दे अर्थ करके सुना दिंदा है। समर्थ गुरु जी, समर्थ गुरु सिर हथ धरियो, गुर कीनी किरपा हर नाम दियो। जिहदे सिर दे उत्ते गुरु हथ धर, वो छज्जू चीवर होए, वो बंबा बद्दा सिंह बहादुर होए, वो किसी भी जामे विच होण, जदों किरपा कर दिंदे ने उदों उदों उत्थे उत्थे सेवा करा लैंदे ने। गुरु दे विच ताकत है। तो इस करके आपां गुरु साहिब जी नूं वचन करदे आ, कहंदे जिम्मेवारियां बहुत है महाराज, की करिए असीं। आ कहंदे परिवार भी पालना है, बच्चे भी पालने हैं। आ सारियां दे अपने अज सवाल दे महाराज जी की कहंदे अगों, कहंदे भाई प्राप्त मनुख दे होरिया, गोबिंद मिलन की तेरी बरिया, आवर काज। कहंदे तू काज गना लगा हुण तू मैनू, ये मेरे बड़े काज हैं, मेरे बड़ियां जिम्मेवारियां हैं। तां गुरु साहिब जी कहंदे आवर काज तेरा किता ना काम। कहंदे तेरे काज सारे काम तां ही ने जे तू रब नाल जुड़िया रहेगा। अवर काज तेरा किता ना काम, मिल साध संगत भज केवल नाम। ये पंक्ति का अर्थ समझो। महाराज कहते जे तू सारा कुछ करके रब वाला ना बनया, सिमरन बंदगी ना की तां इन्हां दी ये किसे भी काम नहीं आने तेरे, किसे भी काम नहीं आने तेरे। इन्हां ने की सफला कर देणगे जन्म तेरा। आओ ये गुरबाणी की पंक्ति पढ़िए। फिर समा भी नेड़े लग गया, 5 मिनट बाकी हैं। 1:45 बजे परिवार वालों बेनती अरदास करन दी, आनंद साहिब पढ़ देना। वो शब्द पढ़िए। तेरे कम्मा ने किसे नहीं काम आओ, सत्संग काम आऊगा। तेरे कम्मा ने किसे ना काम आना, सत्संग काम आऊगा।
ਕਮਾਣੇ ਕਿਸੇ ਨੀ ਕੰਮ ਆਉਣਾ, ਕਿਸੇ ਨੀ ਕੰਮ ਆਉਣਾ। ਸਤ ਸੰਗ ਕੰਮ ਆਊਗਾ, ਤੇਰੇ ਕੰਮਾਂ ਨੇ ਕਿਸੇ ਨੀ ਕੰਮ ਆਉਣਾ। ਸਤ ਸੰਗ ਕੰਮ ਆਊਗਾ। ਸਵੇਰੇ ਕਕੜੇ ਆਤੇ ਕਰੇ, ਆਦੀ ਹੁੰਦੇ ਆਦ। ਭਗਤਨ ਸੇਤੀ ਗੋਸ਼, ਜੋ ਕਿਨੇ ਸੋ ਲਾਭ। ਬਾਬਾ ਕਬੀਰ ਜੀ ਇਹ ਸਾਨੂੰ ਯਾਦ ਕਰਵਾਉਂਦੇ ਆ, ਕਹਿੰਦੇ ਬੰਦਿਆ ਇੱਕ ਕੜੀ ਆਦੀ ਕਰੀ, ਆਦੀ ਹੁੰਦੇ ਆਦ। ਭਗਤਨ ਸੇਤੀ ਗੋਸ਼ਟੇ, ਜੋ ਕਿਨੇ ਸੋ ਲਾਭ। ਕਹਿੰਦੇ ਇੱਥੇ ਤਾਂ ਇਹ ਘੜੀਆਂ ਦੇ ਮੁੱਲ ਪੈਣੇ ਆ ਜਿਹੜੀਆਂ ਇੱਥੇ ਬੈਠ ਕੇ ਗੁਜ਼ਰ ਜਾਣਗੀਆਂ, ਨਹੀਂ ਤਾਂ ਫਿਰ ਹਾਸਲ ਕੀ ਹੈ? ਅਵਰ ਕਾਜ ਤੇਰਾ ਕਿਤੇ ਨਾ ਕਾਮ। ਦੇਖੋ ਸਾਫ਼ ਸਾਫ਼ ਸਮਝ ਆ ਰਿਹਾ ਆਪਣੇ, ਅਵਰ ਕਾਜ ਤੇਰਾ ਕਿਤੇ ਨਾ ਕਾਮ। ਮਿਲ ਸਾਧ ਸੰਗਤ ਭੱਜ ਕੇਵਲ ਨਾ। ਇੱਥੇ ਕੇਵਲ ਨਾਮ ਕਿਹਾ ਹੈ, ਕੇਵਲ ਬੱਚੇ, ਕੇਵਲ ਪਰਿਵਾਰ, ਕੇਵਲ ਜ਼ਿੰਮੇਵਾਰੀਆਂ ਨਹੀਂ ਲਿਖਿਆ, ਕੇਵਲ। ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਇੱਕ ਨਾਮ, ਇੱਕ ਸੰਗਤ। ਸੰਗਤ ਜਿੱਥੇ ਆਪਾਂ ਬੈਠੇ ਆ, ਨਾਮ ਜੋ ਆਪਾਂ ਬਾਣੀ ਦਾ ਕੀਰਤਨ, ਗੁਰੂ ਕਾ ਇਤਿਹਾਸ ਸਰਵਣ ਕਰ, ਜੋ ਆਪਾਂ ਬੈਠ ਕੇ ਆਪਣੀ ਜੀਭਾ ਤੋਂ ਵਾਹਿਗੁਰੂ ਕਵਾਂਗੇ, ਜੋ ਆਪਾਂ ਜਪਜੀ ਸਾਹਿਬ ਦਾ ਪਾਠ ਕਰਾਂਗੇ, ਇਹ ਨਾਮ ਹੈ ਜੀ ਰੱਬ ਦਾ, ਪਰਮੇਸ਼ਰ ਦਾ ਸਿਮਰਨ ਹੈ। ਤੋ ਇਸ ਕਰਕੇ ਸਾਧ ਸੰਗਤ ਜੀ ਇਸ ਆਣ ਦਾ ਸੰਸਾਰ ਤੇ ਮਨੋਰਥ ਕੁਝ ਹੋਰ ਹੈ। ਸਮਝ ਆ ਗਈ ਹੋਏਗੀ ਨਾ ਆਪਾਂ ਨੂੰ ਵੀ ਇਹ ਕਾਹਦੇ ਵਾਸਤੇ ਮਿਲਿਆ। ਅਵਰ ਕਾਜ ਤੇਰਾ ਕੀਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰਾਮ ਜਮ ਲਾਗ ਭਵ ਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਕਹਿੰਦੇ ਦੇਖੋ ਕਿਵੇਂ ਬੰਦਾ ਮਾਇਆ ਦੇ ਅਧੀਨ ਹੋ ਕੇ, ਮਾਇਆ ਦੇ ਅਧੀਨ ਹੋ ਕੇ ਸਾਰਾ ਕੁਝ ਭੁੱਲ ਜਾਂਦਾ ਹੈ। ਮਿੰਟਾਂ ਸਕਿੰਟਾਂ ਦੇ ਵਿੱਚ ਧਰਮ ਕਰਮ ਨੂੰ ਛਿੱਕੇ ਤੇ ਟੰਗ ਕੇ ਦੁਨੀਆ ਦੇ ਨਾਲ ਤੁਰ ਪੈਂਦਾ। ਕਹਿੰਦਾ ਕੋਈ ਨਹੀਂ, ਬਥੇਰੀ ਉਮਰ ਪਈ ਆ, ਹਜੇ ਫੇਰ ਬਣ ਜਾਾਂਗੇ, ਫੇਰ ਕਰ ਲਾਂਗੇ। ਸਾਧ ਸੰਗਤ ਜੀ ਫੇਰ ਦਾ ਮਤਲਬ ਹੁੰਦਾ ਬਹੁਤ ਦੂਰ, ਬਹੁਤ ਦੂਰ। ਤੋ ਇਸ ਕਰਕੇ ਇਹ ਜਨਮ ਬਹੁਤ ਵੱਡਮੁੱਲੀ ਦਾਤ ਹੈ ਰੱਬ ਦੀ। ਕਿਤੇ ਲਾਲਾਂ, ਕਿਤੇ ਹੀਰਿਆਂ ਦੇ ਨਾਲ ਗੁਰੂ ਸਾਹਿਬ ਜੀ ਨੇ ਇਹਦੀ ਤੁਲਨਾ ਕੀਤੀ ਹੈ। ਰਾਤ ਗਵਾਈ ਸੋਏ ਕੈ, ਸਾਰਿਆਂ ਦੀਆਂ ਰਾਤਾਂ ਲੰਘੀਆਂ ਜੀ ਕਿਵੇਂ? ਸੌਂ ਕੇ। ਰਾਤ ਗਵਾਈ, ਰਹਿਣ ਗਵਾਈ, ਰਹਿਣ ਗਵਾਈ ਸੋਏ ਕੈ। ਦਿਵਸ ਗਵਾਇਆ ਖਾਈ। ਬਹੁਤੇ ਬੰਦਿਆਂ ਨੂੰ ਫਿਕਰ ਪਿਆ ਰਹਿੰਦਾ, ਸਵੇਰੇ ਕੀ ਖਾਵਾਂਗੇ, ਦੁਪਹਿਰਾਂ ਨੂੰ ਕੀ ਖਾਵਾਂਗੇ, ਸ਼ਾਮ ਨੂੰ ਕੀ ਬਣੇਗਾ। ਰਹਿਣ ਗਵਾਈ, ਗਵਾ ਲੈਣਾ ਜੀ ਇਹ ਹੁੰਦਾ ਜਿਹੜੀ ਚੀਜ਼ ਦਾ ਪਤਾ ਨਹੀਂ ਸੀਗਾ, ਉਹ ਕੰਮ ਹੋ ਗਿਆ, ਬਾਅਦ 'ਚ ਪਛਤਾਈ ਜਾਣਾ ਵੀ ਇਹ ਤਾਂ ਐਵੇਂ ਹੋ ਗਿਆ, ਇਹਦਾ ਪਤਾ ਤਾਂ ਹੈ ਨਹੀਂ ਸੀ ਕੀ ਬਣਨਾ, ਹੋ ਗਿਆ। ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਈ। ਦਿਨ ਜਿਹੜਾ ਹੈ ਸਾਰੇ ਬੰਦਿਆਂ ਦਾ, ਆਪਣਾ, ਤੁਹਾਡਾ, ਮੇਰਾ, ਸਾਰਿਆਂ, ਸਾਡਾ, ਇਹ ਸਾਰਿਆਂ ਦਾ ਇਸ ਤਰ੍ਹਾਂ ਹੀ ਲੰਘਦਾ ਹੈ ਖਾਣ ਪੀਣ ਵਿੱਚ। ਕਿਉਂਕਿ ਗੁਰੂ ਸਾਹਿਬ ਬਚਨ ਜਿਹੜਾ ਝੂਠਾ ਮਿੱਥਿਆ ਬਚਨ ਨਹੀਂ ਕਹਿੰਦੇ ਬਾਣੀ ਦਾ। ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਈ। ਅੱਗੇ ਦੇਖੋ ਜੀ, ਕਹਿੰਦੇ ਹੀਰੇ ਜੈਸਾ। ਆਪਾਂ ਤਾਂ ਹੀਰਾ ਕਦੇ ਦੇਖਿਆ ਹੋਣਾ ਜਾਂ ਨਹੀਂ ਦੇਖਿਆ, ਪਰ ਗੁਰੂ ਸਾਹਿਬ ਜੀ ਕਹਿੰਦੇ ਕਈ ਕਰੋੜਾਂ ਹੀਰਿਆਂ ਤੋਂ ਵੀ ਉੱਪਰ ਜਨਮ ਹੈ ਤੇਰਾ, ਕਈ ਕਰੋੜ ਹੀਰਿਆਂ ਤੋਂ ਉੱਪਰ ਜਨਮ ਹੈ ਤੇਰਾ। ਹੀਰੇ ਜੈਸਾ ਜਨਮ ਹੈ। ਅੱਛਾ ਜੀ, ਹੀਰਿਆਂ ਨੂੰ ਜਾ ਕਿਵੇਂ ਰਹੇ ਹੈ, ਗਵਾ ਕਿਵੇਂ ਰਹੇ ਹੈ? ਕੋਡੀ ਬਦਲੈ ਜਾਏ, ਕੋਡੀਆਂ ਦੇ ਪਾ ਜਾ ਰਿਹਾ ਜਨਮ ਆਪਣਾ। ਇੱਕ ਛੋਟੀ ਜਿਹੀ ਉਦਾਹਰਣ ਦੇ ਕੇ ਫਿਰ ਆਪਾਂ ਆਨੰਦ ਸਾਹਿਬ ਦਾ ਪਾਠ ਕਰੀਏ। ਬਾਬਾ ਕਬੀਰ ਜੀ ਬੜੇ ਪਿਆਰੇ ਭਗਤ ਹੋਏ ਆ ਪਰਮੇਸ਼ਰ ਦੇ, ਜਿਨ੍ਹਾਂ ਦੀ ਬਾਣੀ ਇਤਨੀ ਗੰਭੀਰਤਾ ਦੇ ਨਾਲ ਸਮਝਣ ਵਾਲੀ ਹੈ, ਜਿਨ੍ਹਾਂ ਦੀ ਬਾਣੀ ਪੜ੍ਹ ਕੇ ਲੋਹ ਮਿਲਦੀ ਹੈ, ਗਿਆਨ ਮਿਲਦਾ ਹੈ, ਜੀਵਨ ਨੂੰ ਜਾਚ ਮਿਲਦੀ ਹੈ ਵੀ ਜੀਵਨ ਜੀਣਾ ਕਿਵੇਂ ਚਾਹੀਦਾ। ਬਾਬਾ ਕਬੀਰ ਜੀ
ਇੱਥੇ ਤੱਕ ਭਗਤ ਕਬੀਰ ਜੀ ਦੀ ਬੰਦਗੀ ਦਾ ਜ਼ਿਕਰ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ। ਕਹਿੰਦੇ ਕਬੀਰ ਨੇ ਸਿਮਰਨ ਕਰਕੇ ਉਹ ਡਿਗਰੀ, ਉਹ ਕਹਿੰਦੇ ਮੰਜ਼ਲੇ ਮਕਸੂਦ ਤੇ ਪਹੁੰਚ ਗਏ ਜਿੱਥੇ ਲੋਕਾਂ ਨੂੰ ਕਹਿਣਾ ਪੈ ਗਿਆ, ਕਹਿੰਦੇ ਉਹ ਦੇਖੋ ਰੱਬ ਤੁਰਿਆ ਜਾ ਰਿਹਾ ਕਿ ਕਬੀਰ ਤੁਰਿਆ ਜਾ ਰਿਹਾ। ਉਹ ਅਵਸਥਾ ਵੀ ਆਈ ਕਦੇ। ਕਿਉਂ ਜੀ? ਬਾਣੀ ਵਿੱਚ ਕਹਿ ਦਿੱਤਾ ਬਾਬਾ ਜੀ ਨੇ, ਕਹਿੰਦੇ ਰਾਮ ਕਬੀਰਾ ਏਕ ਭਏ ਹੈ ਕੋਏ ਨਾ ਸਕੈ ਪਛਾਨੀ। ਕਹਿੰਦੇ ਹੁਣ ਰੱਬ ਤੇ ਕਬੀਰ ਦਾ ਪਤਾ ਨਹੀਂ ਲੱਗਦਾ ਵੀ ਰੱਬ ਤੁਰਿਆ ਜਾ ਰਿਹਾ ਸੜਕ ਦੇ ਉੱਤੇ ਕਿ ਕਬੀਰ ਤੁਰਿਆ ਜਾ ਰਿਹਾ। ਕਿਉਂ ਕਿਹਾ ਇਹ ਬਚਨ? ਕਿਉਂਕਿ ਸਾਧ ਸੰਗਤ ਜੀ ਪੰਜਵੇਂ ਪਾਤਸ਼ਾਹ ਜੀ ਨੇ ਬੜੇ ਪਿਆਰ ਵਿੱਚ ਆ ਕੇ ਕਹਿ ਦਿੱਤਾ, ਕਹਿੰਦੇ ਪ੍ਰਭ ਜੀ ਬਸੈ ਸਾਧ ਕੀ ਰਸਨਾ। ਆ ਜਿੱਬਾ ਜਿੱਥੇ ਦੁਨੀਆ ਦੇ ਵਿੱਚ ਪ੍ਰਵਿਰਤੀ ਪਈ ਹੈ, ਜੇ ਨਾਮ ਸਿਮਰਨ ਕਰੀਏ ਫਿਰ ਇਹਦੇ ਵਿੱਚ ਤਾਕਤ ਆ ਜਾਂਦੀ ਹੈ, ਇਹਦੇ ਵਿੱਚ ਉਹ ਸਪਿਰਿਟ ਭਰ ਜਾਂਦਾ, ਜਿਹਨੂੰ ਫਿਰ ਜੋ ਜੋ ਬਚਨ ਕਹਿੰਦੀ ਹੈ ਜਿੱਬਾ ਉਹੀ ਪੂਰਾ ਹੋ ਜਾਂਦਾ। ਸੋ ਬਾਬਾ ਕਬੀਰ ਜੀ ਨੇ, ਉਹਨਾਂ ਦੇ ਸਾਥੀ ਪੁੱਛਦੇ ਆ, ਕਹਿੰਦੇ ਬਾਬਾ ਕਬੀਰ ਜੀ ਸਾਨੂੰ ਇਉਂ ਦੱਸੋ ਅਚੰਭਾ ਕਿਹਨੂੰ ਕਹਿੰਦੇ ਆ? ਅਚੰਭਾ, ਅਚੰਭਾ ਕਹਿੰਦੇ ਆ ਸਾਧ ਸੰਗਤ ਜੀ ਇੱਕ ਦੁਨੀਆ ਵਿੱਚ ਅਨਹੋਣੀ ਜੀ ਗੱਲ ਵਾਪਰ ਜਾਣੀ, ਅਚਰਜ ਜੀ ਗੱਲ ਹੋ ਜਾਣੀ, ਵੱਖਰੀ ਜੀ ਗੱਲ ਹੋ ਜਾਣੀ। ਬਾਬਾ ਕਬੀਰ ਜੀ ਨੂੰ ਕਹਿੰਦੇ ਕਾਂਸੀ ਦੇ ਲੋਕ, ਕਹਿੰਦੇ ਬਾਬਾ ਜੀ ਤੁਸੀਂ ਬੜੇ ਪਿਆਰੇ ਭਗਤ ਹੋ, ਰੱਬ ਦੇ ਕੋਈ ਅਚੰਭਾ ਦੇਖਿਆ ਦੁਨੀਆ ਵਿੱਚ? ਕਹਿੰਦੇ ਹਾਂ ਇੱਕ ਵਾਰੀ ਦੇਖਿਆ। ਕਹਿੰਦੇ ਕੀ ਦੇਖਿਆ? ਸਮਝਿਓ ਗੱਲ ਨੂੰ। ਉੱਥੇ ਬਾਬਾ ਜੀ ਨੇ ਬਚਨ ਉਚਾਰਿਆ ਹੈ, ਕਬੀਰਾ ਏਕ ਅਚੰਭੋ ਦੇਖਿਓ। ਕਹਿੰਦੇ ਅਸੀਂ ਇੱਕੋ ਹੀ ਦੇਖਿਆ ਬਸ ਸਾਰੀ ਦੁਨੀਆ ਵਿੱਚ, ਇੱਕੋ ਹੀ ਅਚੰਭਾ ਦੇਖਿਆ। ਕੀ ਹੈ ਮਹਾਰਾਜ? ਹੀਰਾ ਹਾਟ ਬਕਾਏ। ਕਹਿੰਦੇ ਇੱਕ ਬੰਦੇ ਨੂੰ ਹੀਰਾ ਮਿਲ ਗਿਆ, ਕੋਈ ਹੀਰਾ। ਸਮਾਂ ਪੂਰਾ ਸਾਧ ਸੰਗਤ ਜੀ, ਹੀਰਾ ਦੀ ਕਦਰ ਜਿਹੜੀ ਹੈ ਉਹ ਕੌਣ ਜਾਣਦੇ ਆ? ਜਵਾਰੀ। ਸੋਨੇ ਦੀ ਕਦਰ ਕੌਣ ਜਾਣਦੇ ਆ? ਤੁਹਾਡੇ ਸਾਡੇ ਵਰਗੇ ਤਾਂ ਕੰਨਾਂ 'ਚ ਜਾਂ ਹੱਥਾਂ 'ਚ ਜਾਂ ਉਂਗਲੀਆਂ 'ਚ ਪਾ ਕੇ ਬਾਹਾਂ 'ਚ ਕੜੇ, ਤੇ ਉਹ ਫੰਕਸ਼ਨ ਲੰਘਣ ਤੋਂ ਬਾਅਦ ਆਪਾਂ ਸਾਂਭ ਦਿੰਦੇ ਆ, ਤੇ ਇੰਨੀ ਸੰਭਾਲ ਨਹੀਂ ਹੁੰਦੀ ਭਾਵੇਂ, ਪਰ ਜੋ ਸੁਨਿਆਰੇ ਦਾ ਕੰਮ ਹੁੰਦਾ, ਛੋਟੇ ਛੋਟੇ ਪੁਰਜੇ ਹੁੰਦੇ ਆ ਸੁਨਿਆਰੇ ਕੋਲੇ, ਉਹਨਾਂ ਨੂੰ ਵੀ ਸਾਂਭ ਕੇ ਰੱਖਦਾ। ਉਹ ਸੋਨੇ ਦੀ ਵੈਲਿਊ ਸੁਨਿਆਰੇ ਨੂੰ ਜਾਣੀਏ, ਹੀਰਿਆਂ ਦੀ ਵੈਲਿਊ ਜੇ ਜਾਣਨੀ ਹੈ ਤੇ ਕਿਸੇ ਜਵਾਰੀ ਨੂੰ ਮਿਲੋ, ਉਹ ਦੱਸੇਗਾ ਵੀ ਕੀ ਵੈਲਿਊ ਹੈ। ਉਹ ਕਹਿੰਦੇ ਹੀਰਾ ਮਿਲ ਗਿਆ ਕਿਸੇ ਨੂੰ, ਬਾਬਾ ਕਬੀਰ ਜੀ ਕਹਿੰਦੇ ਆ, ਉਹ ਕਹਿੰਦੇ ਜਾ ਕੇ ਕਿਸੇ ਦੁਕਾਨ ਤੇ ਚਲਾ ਗਿਆ, ਦੁਕਾਨ ਵਾਲੇ ਨੂੰ ਕਹਿੰਦਾ ਚੱਕ ਹੀਰਾ। ਉਹ ਕਹਿੰਦਾ ਵੀ ਹੀਰਾ ਜਿਹੜਾ ਮੇਰੀ ਪਹੁੰਚ ਨਹੀਂ ਹੈ। ਜਿਹੜਾ ਦੁਕਾਨਦਾਰ ਹੈ ਅੱਗੇ ਵੇਚਣ ਵਾਲੇ ਨੂੰ ਕਹਿੰਦਾ ਮੇਰੀ ਪਹੁੰਚ ਨਹੀਂ ਹੈ, ਮੈਂ ਤੇਰਾ ਹੀਰਾ ਖਰੀਦਣਾ ਭਰਾਵਾ। ਤੇ ਅੱਗੋਂ ਜਿਹੜਾ ਬੰਦਾ ਵੇਚ ਰਿਹਾ ਉਹ ਪਤਾ ਕੀ ਕਹਿੰਦਾ? ਕਹਿੰਦਾ ਕੀਮਤ ਤੂੰ ਛੱਡ ਦੂ, ਕਹਿੰਦਾ 4 ਕੋਡੀਆਂ ਹੀ ਦੇ ਦੀਆਂ ਮੈਨੂੰ, 4 ਕੋਡੀਆਂ ਦੇ ਦੀਆਂ ਹੀਰੇ ਦੀ। ਬਸ ਇੰਨੀ ਕੁ ਗੱਲ ਹੈ। ਹੀਰਾ ਕਿੱਥੇ ਤੇ ਕੋਡੀਆਂ ਕਿੱਥੇ? ਹੀਰਾ ਬਹੁਤ ਵੱਡੀ ਚੀਜ਼ ਹੈ ਤੇ ਕੋਡੀਆਂ ਕੁਛ ਵੀ ਨਹੀਂ ਉਹਦੇ ਅੱਗੇ। ਬਾਬਾ ਕਬੀਰ ਜੀ ਕਹਿੰਦੇ ਮੈਂ ਹੈਰਾਨ ਉਸ ਵੇਲੇ ਰਹਿ ਗਿਆ ਵੀ ਬੰਦੇ ਨੂੰ ਇੰਨੀ ਵੈਲਿਊ ਨਹੀਂ ਪਤਾ ਲੱਗੀ ਵੀ ਹੀਰੇ ਦੀ ਐਡੀ ਵੱਡੀ ਕੀਮਤ ਨੂੰ ਤੂੰ ਕੋਡੀਆਂ ਦੇ ਵਿੱਚ ਵੇਚ ਕੇ ਜਾ ਰਿਹਾ। ਏਕ ਅਚੰਭੋ ਦੇਖਿਓ ਹੀਰਾ ਹਾਟ ਬਕਾਏ, ਬੰਜਨ ਹਾਰੇ ਬਾਹਰਾ, ਬੰਜਨ ਹਾਰੇ ਬਾਹਰਾ, ਕੋਡੀ ਬਦਲੇ ਜਾਏ। ਬਾਬਾ ਕਬੀਰ ਜੀ ਕਹਿੰਦੇ ਮੇਰੇ ਹੱਥ ਜੁੜ ਗਏ, ਕਹਿੰਦੇ ਉਹ ਭੋਲਿਆ, ਕਹਿੰਦੇ ਹੀਰੇ ਦੀ ਐਡੀ ਵੱਡੀ ਕੀਮਤ ਤੂੰ ਦੁਕਾਨਦਾਰ ਨੂੰ ਕਹੀ ਜਾਂਦਾ ਮੈਨੂੰ ਕੋਡੀਆਂ ਦੇ ਦੇ, ਮੈਨੂੰ ਕੋਡੀਆਂ ਦੇ ਦੇ, ਇਹ ਹੀਰੇ ਦੇ ਬਦਲੇ। ਠੀਕ ਉਸੇ ਤਰ੍ਹਾਂ ਹੀ ਹੈ ਜਨਮ, ਕਿਤੇ ਹੀਰਿਆਂ ਲਾਲਾਂ ਤੋਂ ਕਿਤੇ ਕੀਮਤੀ ਹੈ। ਅੱਜ ਦੁਨੀਆ ਦੇ ਰੱਸਾਂ ਕੱਸਾਂ ਦੇ ਵਿੱਚ ਫਸ ਕੇ, ਦੁਨੀਆ ਦੇ ਮੋਹ ਪਿਆਰ ਦੀ ਦਲਦਲ ਵਿੱਚ ਫਸ ਕੇ ਬੇਅਰਥ ਤੁਰਿਆ ਚਲਿਆ ਜਾ ਰਿਹਾ ਹੈ। ਕੋਈ ਵੈਲਿਊ ਨਹੀਂ ਹੈ ਜੀ, ਕੋਈ ਸਮਝ ਨਹੀਂ ਹੈ। ਉਹੀ ਕੰਮ ਹੋ ਗਿਆ, ਹੀਰਾ ਸੀ ਪਰ ਕੋਡੀਆਂ ਦੇ ਭਾਅ ਤੁਰਿਆ ਜਾ ਰਿਹਾ, ਉਵੇਂ ਹੀ ਜਾ ਰਿਹਾ ਸਭ ਦਾ। ਬਾਬਾ ਫਰੀਦ ਜੀ ਨੂੰ ਪੁੱਛ ਲਓ, ਕਹਿੰਦੇ 4 ਗਵਾਇਆ ਹੰਡ ਕੈ 4 ਗਵਾਇਆ ਸਮ, ਲੇਖਾ ਰੱਬ ਮਗੇਸੀਆ ਤੂੰ ਆਹੋਂ ਕੇਰੇ, ਕੰਮ ਸਵਾਓ। ਸਾਧ ਸੰਗਤ ਜੀ ਸਮਾਂ ਹੋ ਗਿਆ। ਗੁਰੂ ਸਾਹਿਬ ਦੇ ਬਚਨ ਆਪਾਂ ਇਹ ਪੜ੍ਹੇ ਸੀਗੇ, ਸ਼ੁਰੂ ਕੀਤੇ ਸੀਗੇ, ਜਾ ਜੁਗ ਮੈਂ ਇੱਕ ਕੋ ਆਇਆ। ਇਹ ਜਨਮ ਦਾ ਕਾਰਨ ਹੈ ਸਿਰਫ ਤੇ ਸਿਰਫ ਗੁਰੂ ਵਾਲਾ ਬਣਨਾ, ਗੁਰੂ ਵਾਲਾ ਬਣ ਕੇ ਨਿਤਨੇਮੀ ਹੋਣਾ, ਨਿਤਨੇਮੀ ਹੋ ਕੇ ਗੁਰੂ ਦੇ ਜੀਵਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਕੇ। ਜੇ ਪੜ੍ਹ ਨਹੀਂ ਸਕਦੇ, ਸ੍ਰੀ ਦੁੱਖ ਨਿਵਾਰਨ ਸਾਹਿਬ ਸਾਰੇ ਗੁਰੂ ਧਾਮਾਂ ਤੇ ਗੁਰੂ ਤੀਰਥਾਂ ਤੇ ਕਥਾ ਹੁੰਦੀ ਹੈ, ਸਵੇਰੇ ਹੁਕਮਨਾਮੇ ਦੀ, ਸ਼ਾਮ ਨੂੰ ਇਤਿਹਾਸ ਦੀ।
ਉਹ ਸੁਣਿਆ ਕਰੋ। तो ਉਹਦੇ ਨਾਲ ਸਰੀਰ ਨੂੰ, ਆਤਮਾ ਨੂੰ ਤਾਕਤ ਵੀ ਮਿਲਦੀ ਹੈ, ਸ਼ਕਤੀ ਵੀ ਮਿਲਦੀ ਹੈ ਅੱਗੇ ਵਧਣ ਵਾਸਤੇ। ਸੋ ਇਸ ਕਰਕੇ ਗੁਰੂਆਂ ਦੇ ਜੀਵਨ ਸਾਡੇ ਵਾਸਤੇ ਉਪਦੇਸ਼ ਚਾਨਣ ਮੁਨਾਰਾਂ ਨੇ, ਉਹਨਾਂ ਨੂੰ ਸਾਂਭ ਕੇ ਰੱਖੀਏ, ਉਹਨਾਂ ਨੂੰ ਪੜ੍ਹੀਏ, ਗੁਰਬਾਣੀ ਦੇ ਨਿਤਨੇਮੀ ਹੋਈਏ, ਗੁਰੂ ਵਾਲਾ ਬਣੀਏ, ਜੀਵਨ ਨੂੰ ਸਫਲਾ ਕਰੀਏ। ਦਿੱਤਾ ਹੋਇਆ ਸਮਾਂ ਸਮਾਪਤ ਹੈ। ਆਪਣੇ ਵਿੱਚੋਂ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਜੀਤ ਸਿੰਘ ਸੋਹੀ, ਜਿਤਨੇ ਸਵਾਸ ਦੇ ਕੇ ਗੁਰੂ ਸਾਹਿਬ ਜੀ ਨੇ ਭੇਜਿਆ ਸੀਗਾ ਸੰਸਾਰ ਤੇ, ਆਪਣੇ ਸਵਾਸਾਂ ਨੂੰ ਪੂਰਾ ਕਰਦਿਆਂ ਕੁਝ ਦਿਨ ਪਹਿਲਾਂ ਕਾਲ ਚਲਾਣਾ ਕਰ ਗਏ ਸਨ। ਉਹਨਾਂ ਦੇ ਸੁਪੁੱਤਰ ਸਰਦਾਰ ਜਗਦੀਪ ਸਿੰਘ, ਸਰਦਾਰ ਪਰਮਿੰਦਰ ਸਿੰਘ, ਉਹਨਾਂ ਦੇ ਪੁੱਤਰਾਂ ਵੱਲੋਂ, ਸਾਰੇ ਪਰਿਵਾਰ ਵੱਲੋਂ ਰਲ ਮਿਲ ਕੇ ਗੁਰਬਾਣੀ ਦੇ ਸ੍ਰੀ ਸਹਿਜ ਪਾਠ ਭਾਈ ਬਲਜੀਤ ਸਿੰਘ ਆਪਣੇ ਪਿਤਾ ਦੇ ਭਲੇ ਵਾਸਤੇ ਗੁਰੂ ਸਾਹਿਬ ਦੇ ਹੁਕਮਾਂ ਅਨੁਸਾਰ ਗੁਰਬਾਣੀ ਦੇ ਪਾਠ, ਗੁਰਬਾਣੀ ਦੇ ਕੀਰਤਨ, ਗੁਰੂ ਕੇ ਲੰਗਰਾਂ ਦੀ ਸੇਵਾ ਪਰਿਵਾਰ ਨੇ ਕੀਤੀ ਹੈ। ਸਾਖ ਸੰਬੰਧੀ ਗੁਰੂ ਕੀਆਂ ਸੰਗਤਾਂ, ਇਲਾਕਾ ਨਿਵਾਸੀ ਸੰਗਤਾਂ ਭਾਈ ਬਲਜੀਤ ਸਿੰਘ ਦੀ ਅੰਤਮ ਅਰਦਾਸ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਪਹੁੰਚੀਆਂ ਹਨ। ਸਾਰੀਆਂ ਸੰਗਤਾਂ ਦਾ ਪਰਿਵਾਰ ਵੱਲੋਂ, ਗੁਰੂ ਘਰ ਵੱਲੋਂ, ਜਥੇ ਵੱਲੋਂ, ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ। ਗੁਰੂ ਸਾਹਿਬ ਸੱਚੇ ਪਾਤਸ਼ਾਹ ਸਭਨਾਂ ਦੀ ਹਾਜ਼ਰੀ ਆਪ ਦੇ ਦਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰਸਿੱਖੀ ਸੇਵਾ ਸਿਮਰਨ ਨਾਮ ਬਾਣੀ ਦੀਆਂ ਦਾਤਾਂ ਬਖਸ਼ਿਸ਼ ਕਰਨ। ਆਓ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਗੁਰੂ ਕੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ। ਆਓ ਆਨੰਦ ਸਾਹਿਬ ਦਾ ਪਾਠ ਕਰੀਏ। ਉਸ ਤੋਂ ਬਾਅਦ ਅਰਦਾਸ ਹੁਕਮਨਾਮੇ ਸਾਹਿਬ ਸਰਵਣ ਕਰਕੇ ਕੜਾਹ ਪ੍ਰਸ਼ਾਦੀ ਦੇਗ ਦਾ ਵਰਤਾਰਾ ਹੋਏਗਾ। ਗੁਰੂ ਕੀ ਦੇਗ ਲੈ ਕੇ ਜਿਨ੍ਹਾਂ ਨੇ ਹਲੇ ਤੱਕ ਲੰਗਰ ਨਹੀਂ ਛਕਿਆ, ਗੁਰੂ ਕਾ ਲੰਗਰ, ਪ੍ਰਸ਼ਾਦੇ ਦਾ, ਚਾਹ ਦਾ ਲੰਗਰ ਛਕ ਕੇ ਫਿਰ ਵਾਹਿਗੁਰੂ ਵਾਹਿਗੁਰੂ ਜਪਨੇ ਆਪਣੇ ਘਰਾਂ ਨੂੰ ਚੱਲਾ ਪਾਣਾ ਹੈ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕੋ ਓੰਕਾਰ ਤੁ ਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤ ਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਭਰੀ ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿ ਮਨੋ ਵਿਸਾਰੇ। ਸਾਚੇ ਸਾਹਿਬਾਂ ਕਿਆ ਨਹੀਂ ਘਰ ਤੇਰਾ, ਸਦਾ ਸਿਫਤ ਸਲਾਹ ਤੇਰੀ, ਨਾਮ ਮਾਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ ਸਾਚਾ। ਕਰ ਚਾਤ ਸੁਖ ਮਾਨੇ ਆਏ ਵਸਿਆ ਜੀ, ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣੋ ਸੰਤ ਸ਼ਬਦ ਤਰੋ ਪਿਆਰੋ ਸਾਚਾ। ਕਰਤ ਪਾਗੈ ਸ਼ਬਦ ਵਾਜੀ, ਕਲਾ ਜਿਤ ਕਰਤਾਰੀਆਂ। ਕਰਮ ਪਾਇਆ ਤੁਧ ਜਿਨ ਕੋ, ਤੇ ਨਾਮ ਹਰ ਕੈ ਲਾਗੇ। ਆਨੰਦ ਸੁਨੋ ਮਤ ਭਾਗੀਓ, ਸਗਲ ਮਨੋਰਥ ਪੂਰੇ। ਦੁਖ ਰੋਗ ਸੰਤਾਪ ਉਤ, ਸੁਣੀ ਸੱਚੀ ਬਾਣੀ। ਤੇ ਪੁਣੀ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ।
ਪਵਨ ਗੁਰੂ ਪਾਣੀ ਪਿਤਾ ਮਾਤਾ ਦਰਤ ਮਹੱਤ। ਚੰਗਿਆਈਆਂ ਬੁਰਿਆਈਆਂ ਵਾਜੈ ਧਰਮ ਹਦੂਰ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਦੇ ਆਗੇ ਯਾਰ